वाहिगुरु जी। अंत न पावत देव सब मुन, इंद्र महाशिव जोग करी। फन ब्रीद बरंच विचार रह्यो, हर जाप न छड्यो एक करी। मथुरा जन को प्रभ दीन दयाल है, संगत श्रेष्ठ निहाल करी। रामदास गुरु जग तारन को, गुर जोत अर्जुन माहे धरी। रामदास गुरु जग तारन को, गुर जोत अर्जुन माहे धरी। तेरा कीता जातो नाही, मैनो जोग की तोई। मैं निर्गुण यारे को गुण नाही, आपे तरस पयोई। तरस पया मेहरामत होई, सतगुर सज्जन मिलया। नानक नाम मिलै तां जीवा, तन मन थीवै हरिया। सुखाओ अटल गुर सेविय, अहनिस सहज सुभाव। दर्शन परसै जन्म मरण दोहजा, होवै सिफत कसामुदी। नूरे अरसों पुरसों छठी, तुद डिठे सचे पातशाह। मल जन्म जन्म दे, तुद डिठे सचे पातशाह। मल जन्म जन्म दी कटिया। सतनाम श्री वाहिगुरु साहिब जीओ। बसंत की वार महला पंजवा। एक ओंकार सतगुर प्रसाद, हर का नाम ध्याए का हो हरिया भाई। करम लिखन तै पाइया, एह रुत सुहाई। हर का नाम ध्याए का हो हरिया भाई। वाहिगुरु जी का खालसा, वाहिगुरु जी की फतेह। किरपा निधान पतित पावन, चवर तख्त संघासन दे मालिक, दस गुरु पातशाह दे हिरदा स्वरूप जो पवित्र बाणी है,
ਐਸੀ ਬਾਣੀ ਦਾ ਰੂਪ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸਤਿਗੁਰਾਂ ਨੇ ਮਹਾਨ ਕਿਰਪਾ ਕਰਕੇ, ਬੇਅੰਤ ਕਿਰਪਾ ਕਰਕੇ ਸਾਨੂੰ ਆਪਣੀ ਸੰਗਤ ਦੇ ਨਾਲ ਨਿਵਾਜਿਆ ਮਹਾਰਾਜ ਨੇ। ਵੱਡੇ ਭਾਗ ਪ੍ਰਾਪਤ ਹੋਏ, ਗੁਰੂ ਦੀ ਨਿੱਘੀ ਗੋਦ ਦਾ ਆਨੰਦ ਪ੍ਰਾਪਤ ਕਰਕੇ ਗੁਰਬਾਣੀ ਨੂੰ ਪੜ੍ਹਿਆ, ਗੁਰਬਾਣੀ ਨੂੰ ਸਰਵਣ ਕੀਤਾ। ਇਹ ਐਸੀ ਸਤਿਗੁਰਾਂ ਦੀ ਗੋਦ ਹੈ ਜੋ ਗੁਰੂ ਕੇ ਸਿੱਖਾਂ ਨੂੰ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੋਈ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਦੋਂ ਅਵਤਾਰ ਹੋਇਆ ਤੇ ਸਤਿਗੁਰਾਂ ਦਾ ਪਰਿਵਾਰ ਜਦੋਂ ਗੁਰੂ ਪਾਤਸ਼ਾਹ ਨੂੰ ਲੈ ਕੇ ਗੁਰੂ ਹਰਗੋਬਿੰਦ ਮਹਾਰਾਜ ਕੋਲ ਗਏ ਤੇ ਸਤਿਗੁਰੂ ਦੀਵਾਨ ਵਿੱਚ ਬੈਠੇ ਹੋਏ ਤੇ ਬੇਅੰਤ ਸੰਗਤਾਂ ਦੀਦਾਰਾ ਕਰਦੀਆਂ ਪਈਆਂ। ਤੇ ਜਦੋਂ ਪਰਿਵਾਰ ਦੇ ਸਮੇਤ ਅੱਜ ਪਹਿਲੀ ਵਾਰ ਸਤਿਗੁਰੂ ਆਪਣੇ ਪਿਤਾ ਸਤਿਗੁਰੂ ਕੋਲ ਗਏ, ਮਹਾਰਾਜ ਨੇ ਬੜੇ ਸਤਿਕਾਰ ਦੇ ਨਾਲ ਉੱਠ ਕੇ ਆਪਣੇ ਸਪੁੱਤਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਆਪਣੀ ਗੋਦੀ ਵਿੱਚ ਉਸ ਵੇਲੇ ਬਿਠਾਇਆ। ਬੜਾ ਹੀ ਲਾਡ ਪਿਆਰ ਕੀਤਾ। ਸਿੱਖਾਂ ਨੇ ਪੁੱਛਿਆ, ਮਹਾਰਾਜ ਆਪ ਨੇ ਬੜਾ ਸਤਿਕਾਰ ਮਾਣ ਤੇ ਬੜਾ ਲਾਡ ਬਖਸ਼ਿਆ ਹੈ। ਪਾਤਸ਼ਾਹ ਕਹਿੰਦੇ, ਭਾਈ ਇਹ ਬੜਾ ਵੱਡੇ ਮਹਾਂਪੁਰਖ ਨੇ, ਸਮਾਂ ਆਉਣ ਤੇ ਧਰਮ ਦੀ ਰਾਖੀ ਵਾਸਤੇ ਇਹਨਾਂ ਨੇ ਬੜੇ ਵੱਡੇ ਕਾਰਜ ਕਰਨੇ। ਇਤਿਹਾਸ ਦੀ ਸਾਖੀ ਇਹ ਗੱਲ ਕਹਿੰਦੀ ਹੈ, ਜਿਸ ਨਿੱਘੀ ਗੋਦ ਦਾ ਆਨੰਦ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਮਾਣਿਆ, ਗੁਰੂ ਕਿਹਾ ਸਿੱਖਾ ਗੁਰੂ ਦਰਬਾਰ ਵਿੱਚ ਆ ਕੇ ਉਸੇ ਗੋਦ ਦੇ ਆਨੰਦ ਨੂੰ ਤੂੰ ਵੀ ਪ੍ਰਾਪਤ ਕਰਦਾ ਪਿਆ ਹੈ। ਵੱਡੇ ਭਾਗ ਨੇ ਜੋ ਮਹਾਰਾਜ ਦੇ ਦਰਬਾਰ ਵਿੱਚ ਆ ਕੇ ਬੈਠੇ ਆ। ਇਸ ਗੋਦ ਦਾ ਆਨੰਦ ਸਾਰੇ ਨਹੀਂ ਪ੍ਰਾਪਤ ਕਰ ਸਕਦੇ, ਕੋਈ ਵਿਰਲਾ ਹੀ ਹੈ ਭਾਗਾਂ ਵਾਲਾ ਜੋ ਬੈਠਦਾ ਦਰਬਾਰ ਵਿੱਚ, ਬਾਣੀ ਸੁਣਦਾ ਹੈ, ਬਾਣੀ ਪੜ੍ਹਦਾ ਹੈ, ਗੁਰੂ ਦੇ ਦਰਸ਼ਨ ਕਰਦਾ ਹੈ ਔਰ ਸਾਰੀ ਦੀ ਸਾਰੀ ਬਰਕਤ ਆਪਣੀ ਝੋਲੀ ਵਿੱਚ ਪਵਾ ਕੇ ਆਪਣੇ ਜੀਵਨ ਨੂੰ ਤੇ ਆਪਣੇ ਪਰਿਵਾਰ ਨੂੰ ਸਫਲਾ ਕਰ ਲੈਂਦਾ ਹੈ। ਨਹੀਂ ਤੇ ਕਈ ਵਾਰੀ ਕਮਾਈ ਕੀਤੀ ਜ਼ਰੂਰ ਜਾਂਦੀ ਹੈ ਪਰ ਵਿਅਕਤੀ ਗਵਾ ਵੀ ਲੈਂਦਾ ਹੈ। ਆਪ ਵੱਡੇ ਭਾਗਾਂ ਵਾਲੇ ਬਣੇ ਹੋ ਜੋ ਮਹਾਰਾਜ ਦੀ ਬਾਣੀ ਨੂੰ ਪੜ੍ਹਦੇ ਪਏ, ਸਰਵਣ ਕਰਦੇ ਪਏ, ਅੰਮ੍ਰਿਤ ਵੇਲੇ ਨੂੰ ਸਾਂਭਦੇ ਪਏ। ਉਪਦੇਸ਼ ਆਪਾਂ ਸਰਵਣ ਕਰੀਏ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਸੰਤ ਕੀ ਵਾਰ ਮਹਲਾ ਪੰਜਵਾ। ਬਸੰਤ ਰਾਗ ਦੀ ਇਹ ਵਾਰ ਮਹਾਰਾਜ ਲਿਖਦੇ ਪਏ। ਗੁਰਮੁਖੋ ਵਾਰ ਦੋ ਸੂਰਮਿਆਂ ਦੇ ਵਿੱਚ ਹੁੰਦੀ ਹੈ, ਹਾਰਨ ਵਾਲਾ ਤੇ ਜਿੱਤਣ ਵਾਲਾ, ਜੋ ਦੋਨਾਂ ਦੇ ਵਿੱਚ ਮੁਕਾਬਲਾ ਹੋਵੇ। ਇੱਥੇ ਗੁਰਮੁਖੋ ਅਗਿਆਨ ਦਾ ਤੇ ਗਿਆਨ ਦਾ ਮੁਕਾਬਲਾ ਹੈ। ਇੱਥੇ ਵਿਵੇਕ ਦਾ ਮੁਕਾਬਲਾ ਹੋਣਾ ਹੈ, ਵਿਚਾਰ ਦਾ ਮੁਕਾਬਲਾ ਹੋਣਾ ਹੈ, ਮੋਹ ਦੇ ਨਾਲ ਜਾਂ ਕਹਿ ਲਈਏ ਐਸੇ ਤਰ੍ਹਾਂ ਵਿਕਾਰਾਂ ਵਾਲੀ ਬਿਰਤੀ ਦੇ ਨਾਲ। ਤਾਂ ਇਹ ਸ਼ਬਦ ਮਹਾਰਾਜ ਨੇ ਵਰਤਿਆ ਵਾਰ, ਜੋ ਦੋਨਾਂ ਜਾਣਿਆਂ ਦੇ ਵਿੱਚ ਜਿਹੜੀ ਹੈ ਉਸ ਵੇਲੇ ਦੋ ਸੂਰਮੇ ਆਪਸ ਵਿੱਚ ਲੜਦੇ ਹੋਣ ਤੇ ਜਿੱਤ ਕਿਹਨੂੰ ਮਿਲੇ? ਜਿਹੜਾ ਵੱਡਾ ਭਾਰੀ ਸੂਰਮਾ ਹੁੰਦਾ, ਮਾੜਾ ਹਾਰ ਜਾਂਦਾ ਹੈ। ਇੱਥੇ ਸਤ, ਸੰਤੋਖ, ਦਇਆ, ਧਰਮ ਇਹ ਸੂਰਮੇ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਵੈਰੀ ਨੇ। ਇਹਨਾਂ ਦਾ ਆਪਸ ਵਿੱਚ ਮੁਕਾਬਲਾ ਹੋਣ ਜਾ ਰਿਹਾ ਹੈ। ਇਹ ਐਸੀ ਵਾਰ, ਤਾਂ ਇਸ ਨੂੰ ਮਹਾਰਾਜ ਨੇ ਲਿਖਿਆ। ਬਸੰਤ ਰਾਗ ਦਾ ਨਾਮ ਹੈ ਕਿਉਂਕਿ 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਉਹਨਾਂ ਵਿੱਚੋਂ ਇੱਕ ਰਾਗ ਬਸੰਤ ਹੈ। ਮਹੱਲ ਪੰਜਵਾਂ, ਇਹ ਪੰਜਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਇਹ ਵਾਰ ਬਖਸ਼ਦੇ ਨੇ। ਇਸ ਵਾਰ ਦੇ ਵਿੱਚ ਨਾ ਸਲੋਕ ਆਉਣੇ ਨੇ, ਨਾ ਇਸੇ ਤਰ੍ਹਾਂ ਮਹੱਲੇ ਆਉਣੇ, ਕੱਲੀਆਂ ਪੌੜੀਆਂ ਹੀ ਨੇ। ਜਿਵੇਂ ਕਿ ਆਪ ਸੰਗਤਾਂ ਨੇ ਪਿੱਛੇ ਬਾਣੀ ਸਰਵਣ ਕੀਤੀ ਹੈ, ਰਾਏ ਬਲਵੰਡ ਅਤੇ ਇਸੇ ਤਰ੍ਹਾਂ ਜਿਹੜਾ ਬਲਵੰਡਾ ਤੇ ਸਤਾ ਹੈ, ਉਹਨਾਂ ਦੋਵਾਂ ਭਰਾਵਾਂ ਦੀ ਵਾਰ ਲਿਖੀ ਹੈ ਨਾ, ਜਿਸ ਨੂੰ ਕੁਸ਼ਤੀ ਵਾਰ ਕਿਹਾ ਜਾਂਦਾ। ਵੀ ਕੋੜੀ ਬੰਦਾ ਵੀ ਉਹ ਵਾਰ ਪੜ੍ਹ ਲਵੇ ਨਾ
ਤੇ ਕੋੜੀਆਂ ਦੇ ਕੋੜ ਦੂਰ ਹੋ ਜਾਂਦੇ। ਉਹ ਵਾਰ ਉਚਾਰਨ ਕੀਤੀ ਹੈ ਭਾਈ ਸੱਤੇ ਤੇ ਭਾਈ ਬਲਵੰਡੇ ਨੇ, ਜੋ ਆਪਾਂ ਪੜ੍ਹਦੇ ਸੁਣਦੇ ਹਾਂ। ਉਹਦੇ ਵਿੱਚ ਵੀ ਕੱਲੀਆਂ ਪੌੜੀਆਂ ਹੀ ਉਚਾਰੀਆਂ ਮਹਾਰਾਜ ਨੇ, ਨਾ ਕੋਈ ਸ਼ਲੋਕ ਤੇ ਨਾ ਕੋਈ ਮਹੱਲਾ ਹੈ। ਇਸ ਵਾਰ ਦੇ ਅੰਦਰ ਵੀ ਕੱਲੀਆਂ ਪੌੜੀਆਂ ਹੀ ਮਹਾਰਾਜ ਲਿਖਦੇ ਪਏ, ਕੋਈ ਮਹੱਲਾ ਜਾਂ ਸ਼ਲੋਕ ਨਹੀਂ ਮਹਾਰਾਜ ਨੇ ਲਿਖਿਆ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮੇਸ਼ਰ ਅਕਾਲ ਪੁਰਖ ਇੱਕ ਹੈ ਤੇ ਉਸ ਦੀ ਪ੍ਰਾਪਤੀ ਗੁਰੂ ਕਿਰਪਾ ਨਾਲ ਹੁੰਦੀ ਹੈ। ਤੇ ਮਹਾਰਾਜ ਸ਼ਬਦ ਬਖਸ਼ਦੇ ਹਨ, ਹਰ ਕਾ ਨਾਮ ਧਿਆਏ ਕਾ ਹੋ ਹਰਿਆ ਭਾਈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੇ ਪਰਮਾਤਮਾ ਦੇ ਨਾਮ ਨੂੰ ਜਪਦੇ। ਗੁਰਮੁਖੋ ਇੱਕ ਵਿਚਾਰ ਇਹ ਹੈ, ਇਸ ਬਾਣੀ ਦੀਆਂ 3 ਹੀ ਪੌੜੀਆਂ ਮਹਾਰਾਜ ਨੇ ਲਿਖੀਆਂ, ਪਰ ਕੁਝ ਐਸੇ ਲੋਕ ਹੋਏ ਜਿਨ੍ਹਾਂ ਨੇ ਆਪਣੇ ਨਿੱਜੀ ਸਵਾਰਥ ਵਾਸਤੇ ਗੁਰਬਾਣੀ ਨੂੰ ਵਿਗਾੜਿਆ ਹੈ ਤੇ ਉਹਨਾਂ ਲੋਕਾਂ ਨੇ ਇਸ ਬਾਣੀ ਦੀ ਆਪਣੇ ਕੋਲੋਂ ਹੀ ਉਚਾਰਨ ਕਰ ਦਿੱਤਾ। ਦਰਬਾਰੀ ਲਾਲ ਨਾਮ ਦਾ ਇੱਕ ਵਿਅਕਤੀ ਹੋਇਆ, ਦਰਬਾਰੀ ਲਾਲ, ਉਹਨੇ ਆਪਣੇ ਕੋਲੋਂ ਇੱਕ ਪੋਥੀ ਲਿਖੀ ਹੈ ਤੇ ਉਹਦੇ ਵਿੱਚ ਇਸ ਬਾਣੀ ਦੀਆਂ 15 ਪੌੜੀਆਂ ਉਸਨੇ ਲਿਖੀਆਂ ਅਤੇ ਸਿੱਖਾਂ ਦੇ ਵਿੱਚ ਪ੍ਰਚਾਰ ਵੀ ਕੀਤਾ ਕਿ ਆਹ ਵੇਖੋ ਮੇਰੇ ਕੋਲ ਲਿਖਤ ਮੈਨੂੰ ਲੱਭੀ ਹੈ, ਇਹਦੇ ਵਿੱਚ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੀ ਬਾਣੀ ਹੈ, ਇਹਦੇ ਵਿੱਚ ਗੁਰੂ ਹਰਿਰਾਏ ਮਹਾਰਾਜ ਜੀ ਦੀ ਬਾਣੀ ਹੈ, ਔਰ ਇਸ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਬਾਣੀ ਹੈ। ਇਸ ਤਰ੍ਹਾਂ ਉਸਨੇ ਪ੍ਰਚਾਰ ਕੀਤਾ ਵੀ ਇਹ 10 ਗੁਰੂ ਸਾਹਿਬਾਨਾਂ ਦੀ ਬਾਣੀ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਇਸ ਤਰ੍ਹਾਂ ਦਰਬਾਰੀ ਲਾਲ ਵਰਗਿਆਂ ਨੇ ਐਸੀਆਂ ਕਰਤੂਤਾਂ ਕਰ ਛੱਡੀਆਂ। 15 ਪੌੜੀਆਂ ਬਣਾ ਕੇ ਤੇ ਸਿੱਖਾਂ ਵਿੱਚ ਇਸ ਬਾਣੀ ਨੂੰ ਪ੍ਰਚਾਰਿਆ ਗਿਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜੋ ਸਾਨੂੰ ਬਖਸ਼ਿਆ ਇਹ 3 ਹੀ ਪੌੜੀਆਂ ਨੇ। ਬਾਕੀ ਲੋਕਾਂ ਨੇ ਤੇ ਐਵੇਂ ਰਲਾ ਪਾ ਦਿੱਤਾ, ਮਿਲਾਵਟ ਕਰ ਦਿੱਤੀ ਹੈ। ਪਾਤਸ਼ਾਹ ਕਹਿੰਦੇ ਹਰ ਕਾ ਨਾਮ ਧਿਆਏ ਕੈ, ਹਰੀ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਕਰ, ਨਾਮ ਜਪਿਆ ਕਰ। ਸਾਡਾ ਸਵਾਲ ਇਹ ਹੈ ਵੀ ਮਹਾਰਾਜ ਨਾਮ ਜਪਦੇ ਹਾਂ ਤੇ ਫਿਰ ਕੀ ਹੁੰਦਾ ਹੈ? ਕਹਿੰਦੇ ਹੋ ਹਰਿਆ ਭਾਈ, ਗੁਰਮੁਖਾ ਸ਼ੁਭ ਗੁਣਾਂ ਦੇ ਨਾਲ ਹਰਿਆ ਭਰਿਆ ਹੋ ਜਾਵੇਗਾ। ਬਾਣੀ ਪੜ੍ਹਨ ਵਾਲੇ ਵਿੱਚ ਆਪਣੇ ਆਪ ਹੀ ਸਤ ਆ ਜਾਂਦਾ ਹੈ, ਬਾਣੀ ਪੜ੍ਹਨ ਵਾਲੇ ਵਿੱਚ ਆਪਣੇ ਆਪ ਹੀ ਸੰਤੋਖ ਆ ਜਾਂਦਾ ਹੈ, ਬਾਣੀ ਪੜ੍ਹਨ ਵਾਲੇ ਵਿੱਚ ਆਪਣੇ ਆਪ ਹੀ ਦਇਆ ਆ ਜਾਂਦੀ ਹੈ, ਬਾਣੀ ਪੜ੍ਹਨ ਵਾਲੇ ਵਿੱਚ ਆਪਣੇ ਆਪ ਹੀ ਪ੍ਰੇਮ ਪੈਦਾ ਹੋ ਜਾਂਦਾ ਹੈ। ਇਹ ਗੁਰਬਾਣੀ ਇਹਨਾਂ ਸਾਰੇ ਗੁਣਾਂ ਨੂੰ ਆਪਣੇ ਆਪ ਹੀ ਖਿੱਚ ਲੈਂਦੀ ਹੈ ਆਪਣੇ ਕੋਲ। ਪਾਤਸ਼ਾਹ ਕਹਿੰਦੇ ਨਾਮ ਜਪੇਗਾ ਨਾ, ਇਹ ਗੁਣ ਆਪਣੇ ਆਪ ਹੀ ਆ ਜਾਣੇ, ਤੈਨੂੰ ਲੈ ਕੇ ਆਉਣ ਦੀ ਲੋੜ ਨਹੀਂ ਪਵੇਗੀ। ਐਸੀ ਦਾਤ ਇਸ ਬਾਣੀ ਦੇ ਨਾਲ ਮਿਲਦੀ ਹੈ। ਫਿਰ ਜਿਨ੍ਹਾਂ ਦੇ ਮਨ ਵਿੱਚ ਦਇਆ ਆ ਗਈ ਨਾ, ਉਹਨਾਂ ਦੇ ਹੱਥਾਂ ਦੇ ਉੱਪਰ ਰੱਖੇ ਹੋਏ ਪ੍ਰਸ਼ਾਦੇ, ਕਿਸੇ ਨੇ ਆ ਕੇ ਮਜਲੂਮ ਨੇ ਬੇਨਤੀ ਕੀਤੀ, ਕਹਿਣ ਲੱਗਾ ਜੀ ਮੇਰੀ ਬੇਟੀ ਨੂੰ ਸਮੇਂ ਦਾ ਹਾਕਮ ਚੁੱਕ ਕੇ ਲੈ ਗਿਆ, ਮੈਂ ਖਾਲਸੇ ਦੀ ਸ਼ਰਨ ਵਿੱਚ ਆਇਆ, ਮੇਰੇ ਤੇ ਕਿਰਪਾ ਕਰੋ। ਐਸੀ ਦਇਆ ਵਿੱਚ ਆਏ ਮਹਾਰਾਜ ਦੇ ਸਿੰਘ ਸਾਹਮਣੇ ਪਿਆ ਹੋਇਆ ਪ੍ਰਸ਼ਾਦਾ ਛੱਡ ਕੇ, ਹੱਥਾਂ ਤੇ ਰੱਖਿਆ ਛੱਡ ਕੇ ਕਹਿੰਦੇ ਬਾਅਦ ਵਿੱਚ ਛਕਾਂਗੇ, ਪਹਿਲਾਂ ਇਹਦੀ ਫਰਿਆਦ ਪੂਰੀ ਕਰੀਏ, ਇਸ ਦੀ ਬਹੂ ਬੇਟੀ ਨੂੰ ਛੁਡਾ ਕੇ ਲਿਆਈਏ। ਪਾਤਸ਼ਾਹ ਕਹਿੰਦੇ ਇਹ ਦਇਆ ਮਨ ਵਿੱਚ ਪੈਦਾ ਹੁੰਦੀ ਹੈ ਜਿਨ੍ਹਾਂ ਨੇ ਬਾਣੀ ਨੂੰ ਕਮਾਇਆ ਹੈ, ਜਿਨ੍ਹਾਂ ਨੇ ਬਾਣੀ ਨੂੰ ਪੜ੍ਹਿਆ ਨਾ ਗੁਰਮੁਖੋ, ਉਹਨਾਂ ਦੇ ਮਨ ਵਿੱਚ ਦਇਆ ਆ ਜਾਂਦੀ ਹੈ, ਉਹਨਾਂ ਦੇ ਮਨ ਵਿੱਚ ਰਹਿਮ ਆ ਜਾਂਦਾ ਹੈ, ਉਹਨਾਂ ਦੇ ਮਨ ਵਿੱਚ ਸਤ ਸੰਤੋਖ ਇਹ ਗੁਣ ਪ੍ਰਾਪਤ ਹੁੰਦੇ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ। ਇਹ ਬਾਣੀ ਹੈ, ਜਿਹੜਾ ਜਿਹੜਾ ਪੜ੍ਹਦਾ ਉਹਦੇ ਅੰਦਰ ਸ਼ੁਭ ਗੁਣ ਜਿਹੜੇ ਨੇ ਉਹ ਪ੍ਰਾਪਤ ਹੋ ਜਾਂਦੇ ਹਨ। ਕਰਮ ਲਿਖਨ ਤੇ ਪਾਈਐ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਜੇ ਮਨੁੱਖ ਦੇ ਕਰਮਾਂ ਦੇ ਵਿੱਚ ਲਿਖਿਆ ਹੋਵੇ ਨਾ ਤੇ ਤਾਂ ਪਾਈਦਾ, ਕਰਮਾਂ ਤੋਂ ਬਾਹਰੀ ਦਾਤ ਕੁਝ ਨਹੀਂ ਮਿਲਦੀ। ਕਰਮ ਹੋਵੇ ਤੇ ਦਾਤ ਤਾਂ ਮਿਲਦੀ ਹੈ, ਨਹੀਂ ਤੇ ਯਤਨ ਜਿੰਨੇ ਮਰਜ਼ੀ ਕਰ ਲਵੋ ਦਾਤ ਤੋਂ ਖਾਲੀ ਰਹਿ ਜਾਂਦਾ ਹੈ। 3 ਵਿਅਕਤੀ ਭਗਤੀ ਕਰਦੇ ਪਏ ਨਾ, ਬੜੀ ਭਾਰੀ ਭਗਤੀ ਕੀਤੀ ਤੇ ਉਸ ਵੇਲੇ ਕਿਸੇ ਦੇਵੀ ਨੇ ਆਖਿਆ ਆਪਣੇ ਦੇਵਤੇ ਨੂੰ, ਕਹਿੰਦੇ ਵੇਖੋ ਜੀ ਤੁਹਾਡੇ ਭਗਤ ਨੇ ਕੁਝ ਮੰਗਣਾ ਚਾਹੁੰਦੇ, ਤੇ ਦੇਵਤੇ ਨੇ ਕਿਹਾ ਵੀ ਮੰਗਣਾ ਤੇ ਚਾਹੁੰਦੇ ਪਰ ਮਿਲਣਾ ਨਹੀਂ ਇਹਨਾਂ ਨੂੰ। ਕਹਿੰਦੀ ਕਿਉਂ ਨਹੀਂ ਮਿਲਣਾ? ਦੇਵੀ ਨੇ ਪੁੱਛਿਆ ਵੀ ਕਿਉਂ ਨਹੀਂ ਮਿਲਣਾ? ਦੇਵਤਾ ਕਹਿਣ ਲੱਗਾ ਇਹਨਾਂ ਦੇ ਕਰਮਾਂ 'ਚ ਨਹੀਂ ਹੈ, ਕਰਮਾਂ ਤੋਂ ਬਾਹਰ ਹੀ ਥੋੜੀ ਮਿਲ ਸਕਦਾ। ਤੇ ਦੇਵੀ ਨੇ ਫਿਰ ਆਖਿਆ, ਕਹਿੰਦੀ ਦਿਓ ਤੇ ਸਹੀ ਨਾ, ਫਿਰ ਵੇਖਦੇ ਆ ਵੀ ਕਿਵੇਂ ਨਹੀਂ ਮਿਲਦਾ। ਕਹਿੰਦੇ ਚੱਲ ਠੀਕ ਹੈ, ਜੇ ਤੂੰ ਆਖਦੀ ਤਾਂ ਮੈਂ ਤੈਨੂੰ ਵਿਖਾ ਦਿੰਦਾ।
ਜਨਾਨੀ ਤਪ ਕਰਦੀ ਹੈ, ਪੁੱਛਿਆ ਕੀ ਚਾਹੀਦਾ? ਕਹਿਣ ਲੱਗੀ ਮੈਂ ਸੋਹਣੀ ਸੁਨੱਖੀ ਬਣ ਜਾਵਾਂ ਤੇ ਸੋਹਣੇ ਗਹਿਣੇ ਗੱਟੇ ਸੋਨੇ ਚਾਂਦੀ ਦੇ ਮੇਰੇ ਸਰੀਰ ਦੇ ਉੱਪਰ ਪਾਇਓ। ਵਰ ਮਿਲਿਆ, ਸੋਹਣੀ ਸੁਨੱਖੀ ਗਹਿਣਿਆਂ ਦੇ ਸਮੇਤ ਹੋ ਗਏ। ਇੰਨੇ ਚਿਰ ਨੂੰ ਰਾਜਾ ਉੱਥੋਂ ਲੰਘਿਆ, ਉਹਨੇ ਵੇਖਿਆ ਵੀ ਇਹ ਖੂਬਸੂਰਤ ਔਰਤ ਜੰਗਲ ਵਿੱਚ ਬੈਠੀ ਹੈ, ਆਪਣੇ ਨਾਲ ਹੀ ਘੋੜੇ ਤੇ ਬਿਠਾਇਆ। ਕਹਿਣ ਲੱਗਾ ਚੱਲ ਤੈਨੂੰ ਰਾਜ ਮਹਿਲਾਂ 'ਚ ਲੈ ਕੇ ਜਾ। ਬਾਅਦ ਵਿੱਚ ਉਹਦੇ ਘਰ ਵਾਲੇ ਦਾ ਤਪ ਪੂਰਾ ਹੋਇਆ, ਉਹਨੂੰ ਪੁੱਛਿਆ ਦੱਸ ਤੈਨੂੰ ਕੀ ਚਾਹੀਦਾ? ਕਹਿਣ ਲੱਗਾ ਮੇਰੀ ਘਰ ਵਾਲੀ ਨੂੰ ਰਾਜਾ ਲੈ ਗਿਆ। ਦੇਵਤੇ ਨੇ ਪੁੱਛਿਆ ਤੂੰ ਕੀ ਚਾਹੁੰਦਾ? ਕਹਿੰਦਾ ਮੈਂ ਚਾਹੁੰਦਾ ਵੀ ਉਹ ਸੂਰੀ ਬਣ ਜਾਵੇ, ਸੂਰਨੀ ਬਣ ਜਾਵੇ। ਕਹਿਣ ਲੱਗੇ ਚੱਲ ਤੇਰੀ ਕਹੀ ਹੋਈ ਗੱਲ ਵੀ ਪੂਰੀ ਹੋਈ। ਘੋੜੇ ਤੇ ਬਿਠਾ ਕੇ ਲਈ ਜਾਂਦਾ, ਉਹ ਸੂਰੀ ਬਣ ਗਈ। ਉਹਨੇ ਚਲਾ ਕੇ ਥੱਲੇ ਸੁੱਟੀ ਰਾਜੇ ਨੇ ਵੀ ਇਹ ਤੇ ਕੋਈ ਬਲਾ ਮੈਂ ਆਪਣੇ ਗਲ ਪਾ ਲਈ। ਉਹਨਾਂ ਦਾ ਲੜਕਾ ਵੀ ਤਪ ਕਰਦਾ ਪਿਆ। ਲੜਕੇ ਨੂੰ ਪੁੱਛਿਆ ਤੈਨੂੰ ਕੀ ਚਾਹੀਦਾ? ਕਹਿੰਦਾ ਜੀ ਮੈਨੂੰ ਤੇ ਮੇਰੀ ਮਾਂ ਚਾਹੀਦੀ ਹੈ। ਕਹਿਣ ਲੱਗੇ ਚੱਲ ਤੇਰੀ ਵੀ ਕਈ ਗੱਲ ਪੂਰੀ ਕਰਦੇ, ਤੈਨੂੰ ਪਹਿਲਾਂ ਵਾਂਗ ਹੀ ਤੇਰੀ ਮਾਂ ਪ੍ਰਾਪਤ ਹੋ ਜਾਵੇ। ਸੂਰੀ ਤੋਂ ਫਿਰ ਇਸਤਰੀ ਬਣ ਗਈ। ਭਾਵ ਇਹ ਹੈ ਤਪ ਕਰਕੇ ਮੰਗ ਤੇ ਲਿਆ ਵੀ ਮੈਨੂੰ ਇਹ ਕੁਝ ਮਿਲੇ, ਪਰ ਮੁੜ ਘੁੜ ਕੇ ਗੱਲ ਫਿਰ ਉੱਥੇ ਹੀ ਆ ਗਈ ਹੈ, ਜਿਵੇਂ ਦੇ ਚੱਲ ਕੇ ਆਏ ਉਵੇਂ ਦੇ ਹੀ ਰਹਿ ਗਏ। ਪਾਤਸ਼ਾਹ ਕਹਿੰਦੇ ਕਰਮਾਂ ਤੋਂ ਬਾਹਰ ਹੀ ਕੋਈ ਕਿਸੇ ਨੂੰ ਦੇ ਨਹੀਂ ਸਕਦਾ। ਵੱਡੇ ਤੋਂ ਵੱਡਾ ਦੇਵਤਾ ਵੀ ਯਤਨ ਕਰੇ ਨਾ, ਕਰਮ ਬਿਨ ਕਰਮਾਂ ਕਿਛ ਪਾਈਐ ਨਾਹੀਂ, ਕਰਮਾਂ ਤੋਂ ਬਿਨਾ ਕੁਝ ਨਹੀਂ ਮਿਲਦਾ। ਤੇ ਕਰਮ ਲਿਖਣ ਵਾਲਾ ਗੁਰੂ ਹੈ। ਮਾਤਾ ਸੁਲੱਖਣੀ ਨੇ ਐਵੇਂ ਤੇ ਨਹੀਂ ਨਾ ਆਖਿਆ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ, ਪਾਤਸ਼ਾਹ ਕਰਮ ਲਿਖ ਦਿਓ ਕਾਗਜ਼ ਦੇ ਉੱਪਰ, ਕਿਉਂਕਿ ਜੋ ਲਿਖਿਆ ਗਿਆ ਉਹ ਆਪਣੇ ਆਪ ਹੀ ਮਿਲ ਜਾਣਾ ਹੈ। ਜਿਹੜਾ ਲਿਖਿਆ ਨਾ ਗਿਆ ਉਹ ਮਿਲਣਾ ਨਹੀਂ, ਭਾਵੇਂ ਜਿੰਨਾ ਵੀ ਕੋਈ ਯਤਨ ਮਰਜ਼ੀ ਕਰ ਲਵੇ। ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ ਕਰਮ ਲਖੰਤਾ ਪਾਈਏ, ਜੇ ਕਰਮਾਂ 'ਚ ਲਿਖਿਆ ਹੋਵੇਗਾ ਨਾ ਤੇ ਮਿਲਦਾ ਤਾਂ ਹੈ, ਬਿਨਾਂ ਕਰਮਾਂ ਤੋਂ ਕੁਝ ਨਹੀਂ ਮਿਲਦਾ, ਭਾਵੇਂ ਕੋਈ ਮਨੁੱਖ ਕਿੰਨਾ ਵੀ ਯਤਨ ਕਰ ਲੈਣਾ ਕਰੇ। ਇਹ ਰੁੱਤ ਸੁਹਾਈ ਗੁਰਮੁਖੋ ਇਹ ਮਨੁੱਖਾ ਸਰੀਰ ਜਿਹੜਾ ਨਾ ਇਹ ਵੀ ਇੱਕ ਰੁੱਤ ਹੈ। 6 ਰੁੱਤਾਂ ਮੰਨੀਆਂ ਪੰਜਾਬ ਦੀ ਧਰਤੀ ਤੇ। 6 ਰੁੱਤਾਂ ਵਿੱਚੋਂ ਬਸੰਤ ਦੀ ਰੁੱਤ ਨੂੰ ਸਭ ਤੋਂ ਚੰਗਾ ਤੇ ਸ਼ੋਭਨੀਕ ਮੰਨਿਆ ਜਾਂਦਾ ਹੈ। ਪਾਤਸ਼ਾਹ ਕਹਿਣ ਲੱਗੇ ਬਾਕੀ ਜੂਨੀਆਂ ਦੇ ਵਿੱਚੋਂ ਬੰਦਿਆ ਇਹ ਤੇਰੀ ਮਨੁੱਖਾ ਦੇਹੀ ਜਿਹੜੀ ਹੈ ਨਾ ਇਹ ਸਭ ਤੋਂ ਚੰਗੀ ਹੈ। ਇਸ ਧਰਤੀ ਮੈਂ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਨਹਾਰੀ। ਬਾਕੀ ਸਾਰੀਆਂ ਜੂਨਾਂ ਬੰਦੇ ਦਾ ਹੀ ਪਾਣੀ ਭਰਦੀਆਂ ਪਈਆਂ। ਹਾਥੀ ਬਲ ਵਾਲਾ ਹੈ, ਉਹਦੇ ਉੱਪਰ ਵੀ ਬੰਦਾ ਸਵਾਰੀ ਕਰਦਾ। ਘੋੜਾ ਬੜਾ ਤੇਜ਼ ਦੌੜਦਾ ਹੈ, ਉਹਦੇ ਉੱਪਰ ਵੀ ਬੰਦਾ ਹੀ ਸਵਾਰੀ ਕਰਦਾ ਹੈ। ਗਧਾ ਭਾਵੇਂ ਕਿੰਨਾ ਵੀ ਭਾਰ ਚੁੱਕ ਲੈਂਦਾ ਪਰ ਉਹਦੇ ਉੱਪਰ ਵੀ ਬੰਦੇ ਦਾ ਹੀ ਹੁਕਮ ਚੱਲਦਾ ਹੈ। ਸ਼ੇਰ ਭਾਵੇਂ ਕਿੰਨਾ ਵੀ ਖੂੰਖਾਰ ਜਾਨਵਰ ਹੈ, ਉਹ ਵੀ ਸਰਕਸ ਵਿੱਚ ਨੱਚਦਾ ਪਿਆ ਬੰਦੇ ਦੇ ਕਹਿਣ ਤੇ। ਭਾਵ ਇਹ ਆ ਵੀ 84 ਲੱਖ ਜੂਨਾਂ ਬਣੀਆਂ ਪਰ ਬੰਦਿਆ ਸਾਰੀਆਂ ਤੇਰੇ ਹੁਕਮ ਦੇ ਵਿੱਚ ਕਹਿਣੇ ਦੇ ਵਿੱਚ ਨੇ। ਐਸੀ ਮਹਾਰਾਜ ਨੇ ਤੈਨੂੰ ਇਹ ਸਰਦਾਰੀ ਬਖਸ਼ੀ ਹੈ। ਵਣ ਤ੍ਰਿਣ ਤ੍ਰਿਭਵਨ ਮੌਲਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਵਣ ਅਤੇ ਇਸੇ ਤਰ੍ਹਾਂ ਜਿਹੜੇ ਜੰਗਲ ਨੇ, ਤ੍ਰਿਣ ਕਹੀਏ ਜਿਹੜੇ ਘਾਹ ਕੱਖ ਇਤਿਆਦਿਕ ਨੇ, ਤਿਰ ਭਵਨ ਜਿਹੜੇ ਤਿੰਨੇ ਲੋਕ ਨੇ, ਸਵਰਗ ਲੋਕ, ਮਾਤ ਲੋਕ ਤੇ ਪਤਾਲ ਲੋਕ। ਪਾਤਸ਼ਾਹ ਕਹਿਣ ਲੱਗੇ ਇਹ ਮੌਲਿਆ ਕਹੀਏ ਖਿੜ ਗਏ। ਕਿਵੇਂ ਖਿੜੇ ਨੇ? ਤੇ ਪਾਤਸ਼ਾਹ ਫਰਮਾਉਂਦੇ ਹਨ ਅੰਮ੍ਰਿਤ ਫਲ ਪਾਈ। ਇਹ ਪਰਮੇਸ਼ਰ ਨੇ ਜਿਹੜੀ ਚੇਤਨ ਸਤਾ ਬਖਸ਼ੀ ਹੈ ਨਾ, ਚੇਤਨ ਸਤਾ ਰੂਪੀ ਅੰਮ੍ਰਿਤ ਫਲ ਬਖਸ਼ਿਆ ਹੈ। ਗੁਰਮੁਖੋ ਸਾਡੇ ਅੰਦਰ ਚੇਤਨ ਸਤਾ ਨਾ ਹੋਵੇ, ਅਸੀਂ ਤੁਰ ਫਿਰ ਨਹੀਂ ਸਕਦੇ, ਬੋਲ ਨਹੀਂ ਸਕਦੇ, ਸੁਣ ਨਹੀਂ ਸਕਦੇ, ਖਾ ਨਹੀਂ ਸਕਦੇ। ਰੁੱਖਾਂ ਦੇ ਅੰਦਰ ਚੇਤਨ ਸਤਾ ਨਾ ਹੋਵੇ, ਰੁੱਖ ਹਿੱਲ ਨਹੀਂ ਸਕਦਾ, ਰੁੱਖ ਵੱਡਾ ਨਹੀਂ ਹੋ ਸਕਦਾ, ਰੁੱਖ ਨੂੰ ਫਲ ਫੁੱਲ ਨਹੀਂ ਲੱਗ ਸਕਦੇ ਤੇ ਫਲਾਂ ਵਿੱਚ ਸਵਾਦ ਨਹੀਂ ਪੈ ਸਕਦਾ। ਇਹ ਸਭ ਮੈਂ ਜੋਤ ਹੈ। ਇਹ ਪਰਮਾਤਮਾ ਦੀ ਜੋਤ ਦੀ ਕਿਰਪਾ ਹੈ ਕਿ ਉਸ ਅਕਾਲ ਪੁਰਖ ਦੀ ਜੋਤ ਕਰਕੇ ਸਭ ਕੁਝ ਪ੍ਰਫੁੱਲਤ ਹੋ ਰਿਹਾ ਹੈ, ਸਭ ਕੁਝ ਖਿੜਿਆ ਹੋਇਆ ਹੈ। ਮਹਾਰਾਜ ਫਿਰ ਬਖਸ਼ਦੇ ਹਨ। ਵਣ ਤ੍ਰਿਣ ਤ੍ਰਿਭਵਨ ਮੌਲਿਆ। ਪਾਤਸ਼ਾਹ ਕਹਿਣ ਲੱਗੇ ਭਾਈ ਉਸ ਪਰਮਾਤਮਾ ਦੀ ਚੇਤਨ ਸੱਤਾ ਪਾ ਕੇ ਤਿੰਨੇ ਲੋਕ ਹੀ ਖਿੜੇ ਹੋਏ ਨੇ। ਤਿੰਨੇ ਭਵਨਾਂ ਵਿੱਚ ਰਹਿਣ ਵਾਲੇ ਜਿਹੜੇ ਦੇਵਤੇ ਨੇ, ਮਨੁੱਖ ਨੇ ਤੇ ਦੈਂਤ ਨੇ, ਇਹ ਵੀ ਸਾਰੇ ਪ੍ਰਫੁੱਲਤ ਹੋ ਰਹੇ ਹਨ। ਅੰਮ੍ਰਿਤ ਫਲ ਪਾਈ। ਸਤਿਗੁਰਾਂ ਦੇ ਅੱਗੇ ਬੇਨਤੀ ਕਰਕੇ ਗੁਰੂ ਕਿਹਾ ਪਿਆਰਿਆ ਅੰਮ੍ਰਿਤ ਫਲ ਹੈ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਇਹ ਅੰਮ੍ਰਿਤ ਨਾਮ ਹੈ, ਪਾਤਸ਼ਾਹ ਦਾ ਨਿਧਾਨ ਖਜ਼ਾਨਾ। ਇਹ ਤਰਲਾ ਕਰਿਆ ਕਰ ਮਹਾਰਾਜ ਦੇ ਅੱਗੇ, ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ। ਇਸ ਤਰ੍ਹਾਂ ਮਹਾਰਾਜ ਕੋਲੋਂ ਨਾਮ ਅੰਮ੍ਰਿਤ ਨੂੰ ਪਾਉਣਾ ਕਰ। ਮਿਲ ਸਾਧੂ
ਸੁਖ ਉਪਜੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਜਿਹੜੇ ਪੂਰਨ ਸਾਧੂ ਨੇ ਨਾ ਗੁਰਮੁਖ, ਉਹਨਾਂ ਦੀ ਸੰਗਤ ਵਿੱਚ ਮਿਲ ਕੇ ਬੈਠਿਆ ਕਰ। ਮਹਾਰਾਜ ਸਾਧੂ ਦੇ ਵਿਹਲੇ ਹੋਏ, ਮੈਂ ਤੇ ਬੜੇ ਕੰਮ ਕਰਨੇ, ਮੈਂ ਕਿਵੇਂ ਜਾ ਕੇ ਮਿਲ ਕੇ ਬੈਠਾ, ਮੈਨੂੰ ਉੱਥੋਂ ਮਿਲੇਗਾ ਕਿ ਸਾਧੂਆਂ ਦੇ ਕੋਲੋਂ? ਤੇ ਪਾਤਸ਼ਾਹ ਫਰਮਾਉਂਦੇ ਹਨ, ਮਿਲ ਸਾਧੂ ਸੁਖ ਉਪਜੈ। ਸਾਧੂਆਂ ਦੀ ਸੰਗਤ ਵਿੱਚ ਬੈਠੇਗਾ ਉੱਥੋਂ ਸੁਖ ਹੀ ਸੁਖ ਮਿਲਦਾ ਹੈ। ਗੁਰੂ ਦੀ ਸੰਗਤ ਵਿੱਚ ਆ ਕੇ ਬੈਠੇ ਆ, ਸਾਰਾ ਦਿਨ ਕੰਮ ਧੰਦਾ ਕਰਦੇ ਰਹੋ, ਸਾਰਾ ਦਿਨ ਭੱਜ ਨੱਠ ਕਰਦੇ ਰਹੋ, ਮਨ ਨੂੰ ਸਕੂਨ ਨਹੀਂ ਆਉਂਦਾ, ਮਨ ਨੂੰ ਚੈਨ ਨਹੀਂ ਆਉਂਦਾ। ਥੋੜਾ ਸਮਾਂ ਹੀ ਸੰਗਤ ਵਿੱਚ ਬੈਠ ਜਾਈਏ ਨਾ, ਆ ਕੇ ਮਨ ਐ ਸ਼ਾਂਤ ਹੋ ਜਾਂਦਾ, ਬੜਾ ਸਕੂਨ ਮਿਲਦਾ ਹੈ, ਬੜਾ ਹੀ ਆਨੰਦ ਬਣਦਾ ਹੈ। ਪਾਤਸ਼ਾਹ ਕਹਿੰਦੇ ਗੁਰੂ ਦੀ ਸੰਗਤ ਵਿੱਚੋਂ ਇਹ ਆਨੰਦ ਪ੍ਰਾਪਤ ਹੁੰਦਾ ਹੈ। ਮਹਾਰਾਜ ਕਹਿਣ ਲੱਗੇ ਜਿਹੜੇ ਪਿਆਰੇ ਰੋਜ਼ ਸੰਗਤ ਕਰਦੇ ਨੇ, ਉਹਨਾਂ ਨੇ ਜੀਵਨ ਵਿੱਚ ਇਹ ਬਚਨ ਵੇਖਿਆ ਹੈ, ਜਿੱਦਣ ਸੰਗਤ ਵਿੱਚ ਨਾ ਆਇਆ ਜਾਵੇ ਸਾਰਾ ਦਿਨ ਮਨ ਭਟਕਦਾ ਹੀ ਰਹਿੰਦਾ ਹੈ। ਸਾਰਾ ਦਿਨ ਇਸ ਤਰ੍ਹਾਂ ਲੱਗਦਾ ਹੈ ਵੀ ਅੱਜ ਕੋਈ ਬਹੁਤ ਵੱਡੀ ਚੀਜ਼ ਕੋਲੋਂ ਗਵਾਚ ਗਈ ਹੈ, ਹੱਥੋਂ ਨਿਕਲ ਗਈ ਹੈ। ਇਸ ਤਰ੍ਹਾਂ ਜਿਨ੍ਹਾਂ ਦਾ ਪ੍ਰੇਮ ਬਣ ਜਾਂਦਾ ਹੈ। ਪਾਤਸ਼ਾਹ ਕਹਿਣ ਲੱਗੇ ਮਿਲ ਸਾਧੂ ਸੰਤਾਂ ਦੀ ਸੰਗਤ ਗੁਰਮੁਖਾਂ ਦੀ ਵਿੱਚ ਮਿਲੇਗਾ, ਸੁਖ ਉਪਜੈ, ਸੁਖ ਹੀ ਸੁਖ ਮਿਲਦਾ ਹੈ, ਦੁੱਖ ਨਹੀਂ ਮਿਲਦਾ। ਦੁੱਖਾਂ ਤੋਂ ਮਹਾਰਾਜ ਬਚਾ ਲੈਂਦੇ। ਭਾਈ ਮਾਧੋ ਜੀ ਹੋਏ ਨਾ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਿੱਖ ਪ੍ਰਚਾਰ ਕਰਨ ਵਾਸਤੇ ਦੂਰ ਦਰਾਡੇ ਦੀ ਧਰਤੀ ਤੇ ਚਲੇ ਗਏ। ਸੰਗਤਾਂ ਆ ਕੇ ਬੈਠਦੀਆਂ, ਗੁਰਬਾਣੀ ਸਰਵਣ ਕਰਦੀਆਂ। ਇੱਥੇ ਇੱਕ ਸ਼ਾਹੂਕਾਰ ਦਾ ਲੜਕਾ ਵੀ ਆਉਂਦਾ ਹੈ, ਸੰਗਤ ਵਿੱਚ ਆ ਕੇ ਬੈਠਦਾ ਹੈ। ਇੱਕ ਦਿਨ ਕੀ ਹੋਇਆ, ਉਹ ਲੜਕਾ ਫੜਿਆ ਗਿਆ। ਸਾਖੀ ਬੜੀ ਲੰਮੀ ਹੈ, ਸਮਾਂ ਆਪਣੇ ਕੋਲ ਸੀਮਤ ਹੈ। ਸਮੇਂ ਦੇ ਹਾਕਮ ਨੇ ਪੁੱਛਿਆ, ਮੇਰੇ ਮਹਿਲਾਂ ਵਿੱਚ ਚੋਰੀ ਹੋਈ ਹੈ, ਤੂੰ ਅੱਧੀ ਰਾਤ ਕੀ ਕਰਦਾ ਸੜਕਾਂ ਦੇ ਉੱਪਰ ਤੁਰਿਆ ਫਿਰਦਾ? ਉਹਨੇ ਆਖਿਆ ਜੀ ਮੈਂ ਤੇ ਸੰਗਤ ਕਰਕੇ ਆਇਆ। ਤੇਰੇ ਮਾਂ-ਬਾਪ ਦਾ ਕੀ ਨਾਮ ਹੈ? ਦੱਸਿਆ। ਰਾਜੇ ਨੇ ਤਫਤੀਸ਼ ਕਰਨ ਵਾਸਤੇ ਮਾਂ-ਬਾਪ ਦੇ ਕੋਲ ਆਪਣਾ ਸਿਪਾਹੀ ਭੇਜੇ ਤੇ ਪਿਤਾ ਡਰ ਗਿਆ ਵੀ 4 ਪੁੱਤਰ ਨੇ, 3 ਤੇ ਬੜਾ ਕਹਿਣਾ ਬਣਦੇ ਪਏ, ਘਰ ਦੇ ਕੰਮਕਾਰ ਕਰਦੇ, ਚੌਥਾ ਵਿਹਲਾ ਜਾ ਕੇ ਬੈਠਾ ਰਹਿੰਦਾ, ਪਤਾ ਨਹੀਂ ਇਹ ਕੀ ਕਰਕੇ ਆਇਆ ਹੁਣ। ਉਹਨੇ ਸਿਰ ਫੇਰਿਆ, ਕਹਿੰਦਾ ਜੀ ਮੈਂ ਤੇ ਇਹਨੂੰ ਬੇਦਖਲ ਕੀਤਾ ਹੋਇਆ, ਮੇਰੇ ਨਾਲ ਇਹਦਾ ਕੋਈ ਸਾਂਭ ਸਮਝੌਤਾ ਨਹੀਂ ਹੈਗਾ। ਉਸ ਵੇਲੇ ਉਹਨਾਂ ਨੇ ਸੋਚਿਆ ਵੀ ਜੇ ਬਾਪ ਨੇ ਇਹਨੂੰ ਬੇਦਖਲ ਕਰ ਦਿੱਤਾ ਹੈ ਤੇ ਫਿਰ ਬੰਦਾ ਖਰਾਬ ਹੀ ਹੋਇਆ। ਰਾਜੇ ਨੂੰ ਦੱਸਿਆ। ਰਾਜੇ ਨੇ ਆਖਿਆ ਸੂਲੀ ਚਾੜ ਦਿਓ। ਰਾਜੇ ਦਾ ਹੁਕਮ ਪਾ ਕੇ ਇੱਕ ਸੁੱਕੀ ਲੱਕੜ ਨੂੰ ਪਿਲਸਣ ਦੇ ਵਾਂਗ ਘੱਟ ਕੇ ਧਰਤੀ ਵਿੱਚ ਗੱਡ ਕੇ ਤੇ ਉਹਦੇ ਉੱਪਰ ਬਿਠਾਉਣ ਲੱਗੇ ਵੀ ਇਸ ਨੂੰ ਸੂਲੀ ਚਾੜ ਕੇ ਮਾਰਨਾ ਹੈ। ਪਰ ਐਸੀ ਕਿਰਪਾ ਹੋਈ, ਮਹਾਰਾਜ ਕਹਿਣ ਲੱਗੇ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਸੂਕੇ ਕਾਸ਼ਟ ਹੈ। ਕਾਸ਼ਟ ਨਾਮ ਲੱਕੜੀ ਦਾ, ਉਹ ਲੱਕੜ ਦੇ ਵਿੱਚੋਂ ਨਿੱਕੀਆਂ ਨਿੱਕੀਆਂ ਹਰੀਆਂ ਹਰੀਆਂ ਲਗਰਾਂ ਨਿਕਲ ਆਈਆਂ। ਉਸੇ ਵੇਲੇ ਟਾਹਣੀਆਂ ਨਿਕਲ ਆਈਆਂ, ਪੱਤੇ ਨਿਕਲ ਆਏ। ਵੇਖ ਕੇ ਸਿਪਾਹੀ ਹੈਰਾਨ ਹੋਏ। ਰਾਜੇ ਨੂੰ ਦਾਗ ਜਾ ਕੇ ਦੱਸਿਆ। ਰਾਜੇ ਨੇ ਮਾਫੀ ਮੰਗੀ, ਕਹਿਣ ਲੱਗਾ ਜੀ ਤੁਸੀਂ ਸੱਚੇ ਬੰਦੇ ਹੋ, ਮੇਰੇ ਕੋਲੋਂ ਗਲਤੀ ਹੋ ਚੱਲੀ ਸੀ, ਮੈਂ ਤੁਹਾਨੂੰ ਸੂਲੀ ਤੇ ਚਾੜਨ ਲੱਗਾ, ਪਰ ਮੈਨੂੰ ਹੁਣ ਪਤਾ ਲੱਗ ਗਿਆ ਵੀ ਨਹੀਂ ਤੁਹਾਡਾ ਕੋਈ ਗੁਨਾਹ ਨਹੀਂ ਹੈ। ਉਹ ਲੜਕਾ ਫਿਰ ਭਾਈ ਮਾਧੋ ਜੀ ਦੇ ਕੋਲ ਆਇਆ ਤੇ ਭਾਈ ਮਾਧੋ ਜੀ ਲੈ ਕੇ ਫਿਰ ਉਸ ਨੂੰ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਆਏ। ਸਤਿਗੁਰਾਂ ਨੇ ਬੜੀਆਂ ਉਸ ਵੇਲੇ ਬਖਸ਼ਿਸ਼ਾਂ ਕੀਤੀਆਂ। ਮਹਾਰਾਜ ਕਹਿੰਦੇ ਮਿਲ ਸਾਧੂ, ਜਿਹੜੇ ਇਸ ਤਰ੍ਹਾਂ ਦੇ ਸਾਧੂ ਨਾਲ ਮਿਲ ਜਾਂਦੇ ਸੁਖ ਉਪਜੈ, ਉਹਨਾਂ ਨੂੰ ਸੁਖ ਹੀ ਸੁਖ ਪ੍ਰਾਪਤ ਹੁੰਦਾ ਹੈ। ਲੱਥੀ ਸਭ ਛਾਈ। ਛਾਈ ਨਾਮ ਗੁਰਮੁਖੋ ਕਾਲਖ ਦਾ ਹੈ। ਇਹ ਕਾਲਖ ਕਿਹੜੀ ਹੈ? ਅਵਿਦਿਆ ਦੀ ਕਾਲਖ ਹੈ, ਮਨਮੁਖਤਾਈ ਦੀ ਕਾਲਖ ਹੈ, ਬੇਸਮਝੀ ਦੀ ਕਾਲਖ ਹੈ। ਜਿਹਨੇ ਆਪਣੇ ਜੀਵਨ ਨੂੰ ਸੁਧਾਰਿਆ ਹੀ ਨਹੀਂ, ਹਰ ਵੇਲੇ ਵਿਕਾਰਾਂ ਵਿੱਚ ਲੱਗਾ ਰਿਹਾ, ਇਹ ਵਿਕਾਰਾਂ ਰੂਪੀ ਕਾਲਖ ਅਵਿਦਿਆ ਰੂਪੀ ਕਾਲਖ ਲੈ ਜਾਂਦੀ ਹੈ। ਨਾਨਕ ਸਿਮਰੈ ਏਕ ਨਾਮ। ਪਾਤਸ਼ਾਹ ਕਹਿੰਦੇ ਜਿਹੜੇ ਇੱਕ ਨਾਮ ਨੂੰ ਸਿਮਰਦੇ ਨੇ, ਇੱਕ ਨਾਮ ਪਰਮੇਸ਼ਰ ਦਾ, ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਵਾਹਿਗੁਰੂ, ਇਹ ਨਾਮ ਹੈ ਪਰਮੇਸ਼ਰ ਦਾ। ਜਾਂ ਜਿਹੜੇ ਵੀ ਧਰਮ ਨਾਲ ਕੋਈ ਸੰਬੰਧ ਰੱਖਦਾ ਹੈ, ਉਸ ਧਰਮ ਦੇ ਵਿੱਚ ਰਹਿ ਕੇ ਉਹਦੇ ਨਾਮ ਨੂੰ ਜਪੇ। ਕੋਈ ਅੱਲਾ ਅੱਲਾ ਕਰਦਾ, ਕੋਈ ਰਾਮ ਰਾਮ, ਕੋਈ ਸੇਵਾ ਗੁਸਾਈਆਂ, ਕੋਈ ਅਲਾਹ। ਆਪਣੇ ਧਰਮ ਦੇ ਵਿੱਚ ਰਹਿ ਕੇ ਆਪਣੇ ਇਸ਼ਟ ਦੇਵ ਦੇ ਵੱਲੋਂ ਮਿਲਿਆ ਹੋਇਆ ਨਾਮ ਜਪਣਾ, ਇਹ ਸਾਰੇ ਧਰਮਾਂ ਦਾ ਹੁਕਮ ਹੈ। ਕੁਝ ਲੋਕ ਅੱਜ ਤਰਕ ਕੁਤਰ ਕਰ ਦਿੰਦੇ, ਲਓ ਜੀ ਨਾਮ ਤੇ ਸਾਰੇ ਇੱਕੋ ਜਿਹੇ ਹੀ ਨੇ, ਜਿਹੜਾ ਮਰਜ਼ੀ ਜਪ ਲਈਏ। ਨਹੀਂ, ਜਿਸ ਬਾਪ ਦੇ ਘਰੇ ਪੈਦਾ ਹੋਇਆ ਨਾ, ਪਿਤਾ ਉਹੀ ਬੰਨਾ ਹੈ ਅਤੇ ਉਸੇ ਦਾ ਹੀ ਨਾਮ ਲੱਗਣਾ ਵੀ ਫਲਾਣੇ ਦਾ ਪੁੱਤਰ ਹੈ।
ਆਪਾਂ ਕਿਸੇ ਦੂਜੇ ਤੀਜੇ ਦੇ ਉਸ ਵੇਲੇ ਉਸ ਨੂੰ ਸੰਤਾਨ ਨਹੀਂ ਕਹਿ ਸਕਦੇ। ਇਸ ਤਰ੍ਹਾਂ ਜਿਹੜੇ ਧਰਮ ਦੇ ਵਿੱਚ ਕਿਸੇ ਨੂੰ ਜਨਮ ਮਿਲਿਆ, ਜਿਹੜੇ ਵੀ ਇਸ਼ਟ ਨੂੰ ਕੋਈ ਮੰਨਦਾ ਹੈ, ਭਾਈ ਉਸ ਧਰਮ ਦੀ ਮਰਿਆਦਾ ਵਿੱਚ ਰਹਿ ਕੇ ਉਹਦੇ ਨਾਮ ਨੂੰ ਜਪੇ ਤੇ ਭਲਾ ਹੋ ਜਾਂਦਾ ਹੈ। ਨਾਨਕ ਸਿਮਰਾ ਏਕ ਨਾਮ, ਜਿਹੜੇ ਇੱਕ ਨਾਮ ਨੂੰ ਜਪਦੇ ਹਨ। ਫਿਰ ਬਹੁੜ ਨ ਧਾਈ, ਫਿਰ ਬਾਅਦ ਵਿੱਚ ਉਹਨਾਂ ਦੀ ਜਨਮਾਂ ਵਿੱਚ ਧਾਈ ਕਹੀਏ ਦੌੜ ਨਹੀਂ ਹੁੰਦੀ ਹੈ। ਜਿਵੇਂ ਭੱਜ ਭੱਜ ਕੇ ਜਨਮਾਂ ਵਿੱਚ ਜਾਣਾ, ਇੱਕ ਜਨਮ ਤੋਂ ਬਾਅਦ ਵਿੱਚ ਦੂਜਾ, ਦੂਜੇ ਤੋਂ ਬਾਅਦ ਵਿੱਚ ਤੀਜਾ, ਇਹ ਭੱਜ ਨੱਠ ਉਹਨਾਂ ਦੀ ਮੁੱਕ ਜਾਂਦੀ ਹੈ। ਗੁਰਮੁਖੋ ਕਦੇ ਇਹ ਨਾ ਸਮਝਿਓ ਵੀ ਅਸੀਂ ਸਿੱਧਾ ਰੱਬ ਤੋਂ ਤੁਰੇ ਹਾਂ ਤੇ ਇੱਥੇ ਆ ਕੇ ਮਨੁੱਖਾ ਜਨਮ ਲੈ ਲਿਆ। ਨਹੀਂ, ਜਦੋਂ ਦੀ ਇਹ ਦੁਨੀਆ ਬਣੀ ਹੈ, ਜਦੋਂ ਦੀ ਇਹ ਧਰਤੀ ਬਣੀ ਹੈ, ਜਦੋਂ ਦਾ ਕਿਤੇ ਬ੍ਰਹਿਮੰਡ ਬਣਿਆ ਕਰੋੜਾਂ ਸਾਲ ਪਹਿਲਾਂ ਦਾ, ਉਦੋਂ ਦੀ ਸਾਡੀ ਆਤਮਾ ਬਣੀ ਹੋਈ ਹੈ। ਉਦੋਂ ਦੇ ਅਸੀਂ ਜਨਮਾਂ ਵਿੱਚ ਹੀ ਤੁਰੇ ਆਉਂਦੇ ਹਾਂ। ਕਈ ਪਸ਼ੂ ਤੇ ਪੰਛੀ ਬਣੇ ਆ, ਫਿਰ ਜਾ ਕੇ ਕਿਤੇ ਇਹ ਮਨੁੱਖਾ ਦੇ ਪਤਾ ਨਹੀਂ ਕਿੰਨੇ ਕਰੋੜਾਂ ਸਾਲਾਂ ਬਾਅਦ ਜਾ ਕੇ ਕਿਤੇ ਮਿਲਿਆ। ਇਸ ਕਰਕੇ ਪਾਤਸ਼ਾਹ ਕਹਿਣ ਲੱਗੇ ਨਾਨਕ ਸਿਮਰੈ ਏਕ ਨਾਮ, ਇੱਕ ਨਾਮ ਨੂੰ ਜਪਿਆ ਕਰ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਨਾਮ ਜਪੇਗਾ ਬਹੁੜ ਨਾ ਧਾਈ, ਧਾਈ ਕਹੀਏ ਦੌੜਨਾ ਭੱਜਣਾ, ਜਨਮਾਂ ਵਿੱਚ ਭੱਜਣਾ ਨਹੀਂ ਹੋਵੇਗਾ, ਜਨਮਾਂ ਤੋਂ ਮੁਕਤ ਹੋ ਜਾਵੇਗਾ। ਐਸੀ ਨਾਮ ਨੂੰ ਜਪ ਕੇ ਦਾਤ ਮਿਲਦੀ ਹੈ। ਪੰਜੇ ਬੱਦੇ ਮਹਾਬਲੀ, ਇਹ ਜਿਹੜੇ ਪੰਜ ਨੇ ਨਾ ਮਹਾਬਲੀ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਇਹ ਗੁਰਮੁਖੋ ਬੜੇ ਬਲ ਵਾਲੇ। ਕਾਮ ਦੀ ਗੱਲ ਕਰੀਏ ਤੇ ਵੱਡੇ ਵੱਡੇ ਦੇਵਤਿਆਂ ਦੀਆਂ ਗੋਡੀਆਂ ਲਵਾ ਦਿੱਤੀਆਂ। ਕ੍ਰੋਧ ਦੀ ਗੱਲ ਕਰੀਏ ਤੇ ਬੜੇ ਬੜੇ ਸੂਰਮਿਆਂ ਨੂੰ ਕ੍ਰੋਧ ਵਿੱਚ ਇਸ ਨੇ ਖਰਾਬ ਕਰ ਦਿੱਤਾ। ਲੋਭ ਦੀ ਗੱਲ ਕਰੀਏ ਤੇ ਬੜੇ ਬੜੇ ਰਾਜੇ ਉਸ ਵੇਲੇ ਭੜਕਦੇ ਪਏ। ਮੋਹ ਦੀ ਗੱਲ ਕਰੀਏ ਤੇ ਦੁਨੀਆ ਮੋਹ ਵਿੱਚ ਰੋਂਦੀ ਪਈ ਹੈ। ਹੰਕਾਰ ਦੀ ਗੱਲ ਕਰੀਏ, ਰਾਵਣ ਵਰਗੇ ਆਖਦੇ ਮੇਰੇ ਵਰਗਾ ਹੈ ਹੀ ਕੋਈ ਨਹੀਂ, ਹਰਨਾਕਸ਼ ਕਹਿੰਦਾ ਮੇਰੇ ਵਰਗਾ ਕੋਈ ਨਹੀਂ ਹੈ। ਇਹ ਜਿਹੜੇ ਪੰਜ ਵਿਕਾਰ ਨੇ ਗੁਰਮੁਖੋ ਬੜੇ ਬਲ ਵਾਲੇ। ਕਿਸੇ ਨੂੰ ਹੰਕਾਰ ਚਿੰਬੜਿਆ ਹੈ, ਕਿਸੇ ਨੂੰ ਲੋਭ ਲੱਗਾ ਹੋਇਆ ਹੈ, ਕਿਸੇ ਨੂੰ ਮੋਹ ਪਿਆ ਹੋਇਆ ਹੈ, ਕੋਈ ਕਾਮ ਦਾ ਹੀ ਭਰਿਆ ਦਿਨ ਰਾਤ ਮਸਤ ਹੋਇਆ ਪਿਆ ਹੈ। ਪਾਤਸ਼ਾਹ ਕਹਿਣ ਲੱਗੇ ਇਹ ਜਿਹੜੇ ਪੰਜ ਨੇ ਨਾ ਵਿਕਾਰ, ਇਹ ਬੜੇ ਮਹਾਬਲੀ, ਇਹ ਬੜੇ ਬਲ ਵਾਲੇ ਨੇ। ਇਹ ਝਾਟੀ ਬੰਦੇ ਨੂੰ ਆਪਣੀ ਗ੍ਰਿਫਤ ਵਿੱਚ ਲੈ ਆਉਂਦੇ, ਐਸਾ ਇਹਨਾਂ ਵਿੱਚ ਬਲ ਹੈ। ਕਰ ਸੱਚਾ ਢੋਆ, ਗੁਰਮੁਖੋ ਢੋਆ ਨਾਮ ਹੈ ਮਿਲਾਪ ਦਾ। ਗੁਰੂ ਕਿਆ ਸਿੱਖਾ, ਗੁਰਮੁਖੋ ਜੇ ਦੁਸ਼ਮਣ ਤਗੜਾ ਹੋਵੇ ਨਾ ਤੇ ਫਿਰ ਉਸ ਵੇਲੇ ਆਪ ਨੂੰ ਵੀ ਕਿਸੇ ਤਗੜੇ ਦੀ ਸ਼ਰਨ ਵਿੱਚ ਜਾਣਾ ਪੈਂਦਾ, ਤਾਂ ਤਗੜੇ ਦੁਸ਼ਮਣ ਤੋਂ ਬਚਾਅ ਹੋ ਸਕਦਾ। ਭਾਵੇਂ ਕਿ ਇਹ ਵਿਕਾਰ ਬੜੇ ਬਲ ਵਾਲੇ, ਪਰ ਸਾਡਾ ਗੁਰੂ ਵੀ ਤੇ ਬੜਾ ਤਗੜਾ ਹੈ ਨਾ। ਗੁਰੂ ਦੀ ਸ਼ਰਨ ਵਿੱਚ ਆ ਜਾ, ਮਿਲਾਪ ਕਰ ਲਾ ਗੁਰੂ ਦੇ ਨਾਲ। ਪਾਤਸ਼ਾਹ ਮੈਂ ਤੁਹਾਡਾ ਸੇਵਕ, ਮੈਂ ਨਹੀਂ ਲੜ ਸਕਦਾ ਇਹਨਾਂ ਪੰਜਾਂ ਵਿਕਾਰਾਂ ਦੇ ਨਾਲ, ਪਰ ਜੇ ਤੁਸੀਂ ਕਿਰਪਾ ਕਰੋ ਫਿਰ ਸਭ ਕੁਝ ਹੋ ਸਕਦਾ। ਢੋਆ ਕਹੀਏ ਮਿਲਾਪ, ਗੁਰੂ ਦੇ ਨਾਲ ਮਿਲਾਪ ਕਰਕੇ ਇਹਨਾਂ ਮਹਾਬਲੀ ਪੰਜਾਂ ਵਿਕਾਰਾਂ ਨਾਲ ਲੜਿਆ ਜਾ ਸਕਦਾ, ਫਿਰ ਬਖਸ਼ਦੇ ਹਨ। ਪੰਜੇ ਬੱਦੇ ਮਹਾਬਲੀ, ਕਰ ਸੱਚਾ ਢੋਆ। ਗੁਰਮੁਖੋ ਢੋਆ ਨਾਮ ਹੈ ਭੇਟਾ ਦਾ। ਕਹਿੰਦੇ ਗੁਰੂ ਦੇ ਅੱਗੇ ਭੇਟਾ ਰੱਖ ਤੇ ਭੇਟਾ ਰੱਖ ਕੇ ਗੁਰੂ ਨੂੰ ਮੱਥਾ ਟੇਕ। ਭੇਟਾ ਕਿਹੜੀ ਰੱਖਣੀ ਹੈ? ਸਤਿਗੁਰ ਆਗੇ ਸੀਸ ਭੇਟ ਦਿਓ। ਗੁਰੂ ਨੂੰ ਆਪਣਾ ਸਿਰ ਹੀ ਭੇਟ ਕਰ ਦੇਣਾ, ਜਿਵੇਂ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਮਹਾਂਪੁਰਖਾਂ ਨੇ ਕੀਤਾ ਹੈ। ਇਸ ਤਰ੍ਹਾਂ ਭਾਈ ਉਹਨਾਂ ਪੰਜਾਂ ਪਿਆਰਿਆਂ ਦੇ ਵਾਂਗ ਆਪਣਾ ਸਿਰ ਹੀ ਗੁਰੂ ਨੂੰ ਦੇ ਦੇਣਾ। ਗੁਰੂ ਨੂੰ ਸਿਰ ਦੇਣ ਤੋਂ ਭਾਵ ਇਹ ਹੁੰਦਾ ਹੈ ਆਪਣੀ ਮਰਜ਼ੀ ਨਾ ਕਰਨੀ, ਗੁਰੂ ਦੇ ਕਹਿਣੇ ਦੇ ਉੱਪਰ ਚੱਲਣਾ। ਇਹ ਹੈ ਗੁਰੂ ਨੂੰ ਸਿਰ ਦੇਣਾ ਕਿ ਮਹਾਰਾਜ ਮੈਂ ਆਪਣਾ ਸਿਰ ਔਰ ਮੇਰਾ ਦਿਮਾਗ, ਮੇਰੀ ਮੱਤ, ਇਹ ਸਭ ਕੁਝ ਮੈਂ ਤੁਹਾਡੇ ਅੱਗੇ ਸੌਂਪ ਦਿੱਤੀ, ਸਿਰ ਨੂੰ ਝੁਕਾ ਦਿੱਤਾ ਹੈ। ਸਿਰ ਝੁਕਾਉਣ ਤੋਂ ਭਾਵ ਹੁੰਦਾ ਹੈ ਕਿ ਮੈਂ ਆਪਣੇ ਆਪ ਨੂੰ ਸਿਲੰਡਰ ਕਰ ਦਿੱਤਾ ਤੁਹਾਡੇ ਅੱਗੇ, ਮੈਂ ਆਪਣੀ ਮੱਤ ਇੱਥੇ ਹੀ ਭੇਟ ਕਰ ਦਿੱਤੀ। ਹੁਣ ਤੁਹਾਡੀ ਮਰਜ਼ੀ, ਆਪ ਨੇ ਮੇਰੇ ਕੋਲੋਂ ਕਿਵੇਂ ਸੇਵਾ ਲੈਣੀ ਹੈ। ਪਾਤਸ਼ਾਹ ਕਹਿਣ ਲੱਗੇ ਢੋਆ ਨਾਮ ਹੈ ਭੇਟਾ। ਗੁਰੂ ਦੇ ਅੱਗੇ ਆਪਣੇ ਸੀਸ ਦੀ ਭੇਟਾ ਰੱਖਦੇ, ਜਿਵੇਂ ਮਹਾਨ ਗੁਰਸਿੱਖ ਤੇ ਮਹਾਨ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀਆਂ ਨੇ ਆਪਣੇ ਸੀਸ ਦੀ ਭੇਟਾ ਰੱਖੀ ਹੈ। ਇਸ ਤਰ੍ਹਾਂ ਭੇਟਾ ਰੱਖ ਕੇ ਗੁਰੂ ਦੀ ਸਿੱਖੀ ਨੂੰ ਕਮਾਉਣਾ ਕਰ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਦੂਜੀ ਭੇਟਾ ਹੈ ਸਾਡੇ ਕੋਲ, ਇਹ ਸ਼ਰਧਾ ਰੂਪੀ ਭੇਟਾ। ਗੁਰੂ ਦੇ ਅੱਗੇ ਸ਼ਰਧਾ ਆਪਣੀ ਭੇਟ ਕਰ। ਇਹ ਨਾ ਸੋਚਿਆ ਕਰ ਵੀ ਮੈਂ ਇੰਨੀਆਂ ਬੋਰੀਆਂ ਕਣਕ ਦੇ ਦਿੱਤੀ, ਇੰਨੀਆਂ ਬੋਰੀਆਂ ਮੈਂ ਚੌਲ ਲਿਆ ਦਿੱਤੇ, ਇੰਨੇ ਰੁਪਈਏ ਮੈਂ ਮੱਥਾ ਟੇਕ ਦਿੱਤਾ, ਇੰਨੇ ਮੈਂ ਕੋਠੇ ਕਮਰਿਆਂ ਦੀ ਸੇਵਾ ਲੈ ਲਈ, ਇੰਨੀਆਂ ਮੈਂ ਸਰਾਵਾਂ ਬਣਾ ਦਿੱਤੀਆਂ।
ਇਹ ਤੇ ਮਨ ਵਿੱਚ ਹਉਮੈ ਵੱਧਦੀ ਹੈ। ਉਸ ਕਮਰੇ ਦੇ ਬਾਰ-ਬਾਰ ਪੱਥਰ ਲਿਖਿਆ ਜਾਂਦਾ ਹੈ, ਫਲਾਣਾ ਸਿਓ ਨੇ ਇਹ ਕਮਰੇ ਦੀ ਸੇਵਾ ਕੀਤੀ ਹੈ। ਤੇ ਗੁਰਮੁਖੋ ਕਈਆਂ ਥਾਵਾਂ ਤੇ ਵੇਖਿਆ ਉਹ ਲੋਕ ਜਦੋਂ ਆਉਂਦੇ ਨਾ ਉਸ ਗੁਰੂ ਘਰੇ ਮੱਥਾ ਟੇਕਣ ਵਾਸਤੇ, ਤੇ ਪਹਿਲਾਂ ਹੀ ਉਥੋਂ ਦੇ ਪ੍ਰਬੰਧਕਾਂ ਨੂੰ ਫੋਨ ਕਰ ਦਿੱਤਾ ਜਾਂਦਾ ਵੀ ਅਸੀਂ ਆਉਂਦੇ ਪਏ ਆ, ਜਿਹੜੇ ਕਮਰੇ ਦੀ ਅਸੀਂ ਸੇਵਾ ਕਰਾਈਓ ਖਾਲੀ ਕਰਾ ਦਿਓ, ਉਹਦੀ ਸਫਾਈ ਕਰਾ ਦਿਓ, ਅਸੀਂ ਆਪਣੇ ਕਮਰੇ ਵਿੱਚ ਹੀ ਆ ਕੇ ਰਵਾਂਗੇ। ਇਹ ਤੇ ਫਿਰ ਹੋਟਲ ਬੁੱਕ ਕਰਨ ਵਾਲੀ ਗੱਲ ਹੋਈ ਨਾ ਵੀ ਮੈਂ ਆਪਣੇ ਕਮਰੇ 'ਚ ਹੀ ਰਹਿਣਾ, ਸੇਵਾ ਫਿਰ ਕਾਹਦੀ ਹੋਈ। ਇਹਦੇ ਨਾਲ ਹੰਕਾਰ ਆ ਜਾਂਦਾ ਹੈ। ਪਾਤਸ਼ਾਹ ਕਹਿਣ ਲੱਗੇ ਗੁਰੂ ਦੇ ਅੱਗੇ ਭੇਟਾ ਰੱਖ ਸ਼ਰਧਾ ਦੇ ਨਾਲ। ਘਾਈ ਸਿੱਖ ਹੈ ਨਾ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ ਇੱਕੋ ਹੀ ਆ ਕੇ ਉਸਨੇ ਇੱਕ ਪੈਸਾ ਇੱਕ ਟਕਾ ਰੱਖਿਆ। ਟਕੇ ਦੇ ਨਾਲ ਕੀ ਆਉਂਦਾ? ਕੁਝ ਵੀ ਨਹੀਂ ਆਉਂਦਾ। ਅੱਜ ਤੇ ਟਕਾ ਕਿਸੇ ਗਿਣਤੀ ਵਿੱਚ ਨਹੀਂ। ਟਕਾ ਰੱਖਿਆ ਤੇ ਮਹਾਰਾਜ ਨੇ ਆਖਿਆ ਮੰਗ ਕੀ ਚਾਹੀਦਾ? ਕਹਿਣ ਲੱਗਾ ਪਾਤਸ਼ਾਹ ਮੁਕਤੀ ਚਾਹੀਦੀ ਹੈ। ਬਾਦਸ਼ਾਹ ਜਹਾਂਗੀਰ ਵੀ ਮਗਰ ਲੁੱਕ ਕੇ ਖਲੋਤਾ ਵੀ ਇੱਕ ਟਕੇ ਦੇ ਬਦਲੇ ਮੁਕਤੀ। ਇੱਥੇ ਜੇ ਜੱਗ ਕਰੀਏ ਤੇ ਕਰੋੜਾਂ ਦੇ ਖਰਚੇ ਹੋ ਜਾਂਦੇ। ਵੇਖਦੇ ਆ ਗੁਰੂ ਕੀ ਦਿੰਦਾ। ਸਤਿਗੁਰਾਂ ਨੇ ਆਖਿਆ ਸਿੱਖਾ ਤੇਰੀ ਸ਼ਰਧਾ ਇੰਨੀ ਹੈ, ਤੇਰੀ ਭਾਵਨਾ ਇੰਨੀ ਹੈ, ਤੈਨੂੰ ਇਕੱਲੇ ਨੂੰ ਮੁਕਤੀ ਨਹੀਂ ਦੇਵਾਂਗੇ, ਤੇਰੇ ਪਰਿਵਾਰ ਦੇ ਸਮੇਤ ਹੀ ਤੈਨੂੰ ਮੁਕਤ ਕਰ ਦਿੰਦੇ ਆ। ਬੋਲੇ ਸੋ ਨਿਹਾਲ। ਇਹ ਹੈ ਜਿਨ੍ਹਾਂ ਨੇ ਸ਼ਰਧਾ ਨਾਲ ਟਕਾ ਭੇਟ ਕੀਤਾ ਉਹ ਪਰਿਵਾਰ ਦੇ ਸਮੇਤ ਮੁਕਤ ਹੋ ਗਏ। ਤੇ ਕੁਝ ਲੋਕ ਮਾਨ ਵਿੱਚ ਆ ਕੇ ਭਾਵੇਂ ਕਮਰੇ ਦੀ ਵੀ ਸੇਵਾ ਕਰਦੇ ਤੇ ਮੁੜ ਕੇ ਪਰਿਵਾਰ ਸਮੇਤ ਉੱਥੇ ਰਹਿੰਦੇ ਪਏ ਆ ਕੇ, ਤੇ ਉਹ ਮਨ ਵਿੱਚ ਮਾਣ ਵੱਧਦਾ। ਪਾਤਸ਼ਾਹ ਕਹਿੰਦੇ ਸ਼ਰਧਾ ਰੂਪੀ ਭੇਟਾ, ਪਿਆਰ ਰੂਪੀ ਭੇਟਾ ਗੁਰੂ ਦੇ ਅੱਗੇ ਰੱਖਣਾ ਕਰ। ਆਪਣੇ ਚਰਨ ਜਪਾਈਣ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹਦੇ ਅੱਗੇ ਅਰਦਾਸ ਕਰਿਆ ਕਰ ਵੀ ਮਹਾਰਾਜ ਮੇਰੇ ਕੋਲੋਂ ਆਪਣੇ ਚਰਨਾਂ ਦਾ ਹੀ ਜਾਪ ਕਰਾਓ, ਮੈਂ ਤੁਹਾਡੇ ਚਰਨਾਂ ਦਾ ਜਾਪ ਕਰਦਾ ਰਵਾਂ। ਵਿੱਚ ਦਇਓ ਖੜਵਾ। ਗੁਰਮੁਖੋ ਦਈਓ ਨਾਮ ਹੈ ਪ੍ਰੇਰਕ ਦਾ, ਜਿਹੜਾ ਪ੍ਰੇਰਦਾ ਪਿਆ। ਇਹ ਸਾਨੂੰ ਪ੍ਰੇਰਦਾ ਪਿਆ ਤਾਂ ਹੀ ਅਸੀਂ ਤੁਰੇ ਫਿਰਦੇ। ਜਿਹੜਾ ਸਾਰਿਆਂ ਨੂੰ ਪ੍ਰੇਰਨ ਵਾਲਾ, ਜਿਹੜਾ ਸਾਰਿਆਂ ਦੇ ਸਰੀਰ ਵਿੱਚ ਹਲਚਲ ਕਰਾਉਂਦਾ ਪਿਆ, ਕਹਿੰਦੇ ਉਹ ਹੈ ਪਰਮਾਤਮਾ। ਉਹਦੇ ਅੱਗੇ ਬੇਨਤੀ ਕਰਿਆ ਕਰ ਸਤਿਗੁਰੂ ਆਪ ਜਪਾਏ ਜਪੈ ਸੋ ਨਾਓ, ਆਪ ਗਵਾਏ ਸੋ ਹਰ ਗੁਣ ਗਾਓ। ਜੇ ਤੁਸੀਂ ਕਿਰਪਾ ਕਰੋਗੇ ਤੇ ਮੇਰੇ ਕੋਲੋਂ ਗਾਇਆ ਵੀ ਤਾਂ ਹੀ ਜਾਣਾ, ਤੁਸੀਂ ਕਿਰਪਾ ਕਰੋਗੇ ਤੇ ਜਪਿਆ ਵੀ ਤਾਂ ਹੀ ਜਾਣਾ। ਜਿਉਂ ਬੁਲਾਵੈ ਤਿਉਂ ਬੋਲੇ ਸੁਆਮੀ। ਮਹਾਰਾਜ ਮੈਂ ਆਪੋ ਕਛੂ ਨਾ ਜਾਣਦਾ, ਮੈਂ ਥੋੜੀ ਕੁਝ ਕਹਿ ਸਕਦਾ, ਇਹ ਤੁਸੀਂ ਕਿਰਪਾ ਕਰੋ ਤਾਂ ਹੀ ਨਾਮ ਜਪ ਸਕਦੇ ਹਾਂ। ਰੋਗ ਸੋਗ ਸਭ ਮਿਟ ਗਏ। ਸਤਿਗੁਰੂ ਕਿਰਪਾ ਕਰਦੇ ਸਰੀਰ ਦੇ ਰੋਗ ਵੀ ਗੁਰਮੁਖੋਂ ਬਾਣੀ ਪੜ੍ਹ ਕੇ ਖਤਮ ਹੋ ਜਾਂਦੇ। ਕੁਝ ਲੋਕ ਦਲੀਲਾਂ ਦਿੰਦੇ ਰਹਿੰਦੇ ਕਿ ਬਾਣੀ ਦਾ ਅਸਰ ਤੇ ਮਨ ਤੇ ਹੁੰਦਾ, ਤੇ ਕੀ ਗੱਲ ਬਾਣੀ ਦਾ ਅਸਰ ਤਨ ਤੇ ਨਹੀਂ ਹੁੰਦਾ, ਸਰੀਰ ਤੇ ਵੀ ਅਸਰ ਹੁੰਦਾ। ਸਰਬ ਰੋਗ ਕੋ ਔਖਦ ਨਾਮ ਲਿਖਿਆ ਮਹਾਰਾਜ ਨੇ। ਸਾਰੇ ਰੋਗ, ਭਾਵੇਂ ਉਹ ਮਨ ਦੇ ਰੋਗ ਹੋਣ, ਭਾਵੇਂ ਉਹ ਤਨ ਦੇ ਰੋਗ ਹੋਣ, ਭਾਵੇਂ ਉਹ ਪਰਿਵਾਰ ਦੇ ਰੋਗ ਹੋਣ, ਮਹਾਰਾਜ ਦੀ ਬਾਣੀ ਸਾਰੇ ਰੋਗਾਂ ਨੂੰ ਕੱਟਣ ਦੀ ਸਮਰੱਥਾ ਰੱਖਦੀ ਹੈ। ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜੇ ਸਿਮਰਤ ਸੁਖ ਹੋਏ ਸਗਲੇ ਦੁਖ। ਉੱਥੇ ਮਹਾਰਾਜ ਨੇ ਥੋੜੀ ਲਿਖਿਆ ਵੀ ਕੱਲੇ ਮਨ ਦੇ ਹੀ ਦੁੱਖ ਜਾਣਗੇ ਜਾਂ ਕੱਲੇ ਤਨ ਦੇ ਜਾਣਗੇ। ਪਾਤਸ਼ਾਹ ਕਹਿੰਦੇ ਨਹੀਂ, ਸਗਲੇ ਦੁੱਖ ਜਾਏ, ਸਗਲੇ ਤੋਂ ਭਾਵ ਸਾਰੇ ਰਵੇਗਾ ਹੀ ਕੋਈ ਨਹੀਂ। ਪਾਤਸ਼ਾਹ ਕਹਿਣ ਲੱਗੇ ਰੋਗ ਸਰੀਰ ਦੀਆਂ ਬਿਮਾਰੀਆਂ ਕਸ਼ਟ ਵੀ ਮਿਟ ਜਾਂਦੇ ਜਿਹੜੇ ਬਾਣੀ ਪੜ੍ਹਦੇ, ਜਿਹੜੇ ਭਾਵਨਾ ਰੱਖਦੇ, ਜਿਹੜੇ ਸ਼ਰਧਾ ਕਰਦੇ। ਸੋਗ ਮਨ ਦੇ ਫਿਕਰ, ਹਰ ਵੇਲੇ ਮਨ ਭਟਕਦਾ ਰਹਿਣਾ ਫਿਕਰ ਵਿੱਚ, ਅੱਜ ਕੀ ਬਣੇਗਾ, ਕੱਲ ਕੀ ਹੋਵੇਗਾ, ਅਗਲੇ ਸਾਲ ਮੇਰਾ ਕੀ ਬਣੇਗਾ, ਪੁੱਤਰਾਂ ਪੋਤਰਿਆਂ ਪੜੋਤਰਿਆਂ ਦਾ ਕੀ ਬਣੇਗਾ, ਫਿਕਰ ਵਿੱਚ ਹੀ ਬੈਠੇ ਰਹਿਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਮੁਖਾਂ ਦੇ ਫਿਕਰ ਵੀ ਦੂਰ ਹੋ ਜਾਂਦੇ, ਉਹ ਚਿੰਤਾ ਵਿੱਚ ਵੀ ਨਹੀਂ ਪੈਂਦੇ ਹਨ। ਨਿਤ ਨਵਾਂ ਨਰੋਆ। ਅਤੇ ਨਿਤਾ ਪ੍ਰਤੀ ਨਵੇਂ ਨਰੋਏ ਰਹਿੰਦੇ ਹੋ ਗੁਰਮੁਖ, ਰੋਗ ਤੋਂ ਰਹਿਤ ਹੋ ਕੇ, ਕਿਉਂਕਿ ਸਾਹਿਬ ਮੇਰਾ ਨੀਤ ਨਵਾਂ। ਪਰਮੇਸ਼ਰ ਨਵਾਂ ਜੋ ਹੈ ਉਹਦੇ ਵਿੱਚ ਜੁੜਨ ਵਾਲੇ ਵੀ ਆਪ ਸਦਾ ਹੀ ਕਾਇਮ ਰਹਿੰਦੇ, ਚੜ੍ਹਦੀ ਕਲਾ ਵਿੱਚ ਨਵੇਂ ਨਰੋਏ ਰਹਿੰਦੇ ਹਨ। ਦਿਨ ਰਹਿਣ ਨਾਮ ਧਿਆਏ ਦਾ। ਮਹਾਰਾਜ ਕਹਿੰਦੇ ਭਾਈ ਦਿਨੇ ਵੀ ਨਾਮ ਜਪਿਆ ਕਰ, ਦਿਨੇ ਵੀ ਬਾਣੀ ਪੜ੍ਹ ਲਿਆ ਕਰ, ਰਾਤ ਨੂੰ ਵੀ ਬਾਣੀ ਪੜ੍ਹਿਆ ਕਰ, ਨਾਮ ਜਪਿਆ ਕਰ। ਬਾਣੀ ਪੜ੍ਹਨ ਦਾ ਕੋਈ ਨਹੀਂ ਜੇ ਸਮਾਂ, ਐਵੇਂ ਨਾ ਪੁੱਛਦੇ ਰਿਹਾ ਕਰੋ ਵੀ ਫਲਾਣਾ ਪਾਠ ਕਦੋਂ ਕਰਨਾ ਹੈ। ਜਦੋਂ ਵੀ ਪਾਠ ਕਰਨਾ ਹੈ ਉਦੋਂ ਸਮੇਂ ਵੱਲ ਤੇ ਵੇਖਣਾ ਹੀ ਨਹੀਂ, ਉਦੋਂ ਹੀ ਸ਼ੁਰੂ ਕਰ ਲਿਆ ਕਰ। ਜਦੋਂ ਹੀ ਨਾਮ ਜਪਣਾ ਉਦੋਂ ਹੀ, ਇਹ ਨਹੀਂ ਵੀ ਅੱਧੀ ਰਾਤ ਹੋ ਗਈ ਹੈ, 9 ਵੱਜ ਗਿਆ, 10 ਵੱਜ ਗਿਆ, 12 ਵੱਜ ਗਿਆ, ਦੁਪਹਿਰ ਹੋ ਗਈ ਹੈ, ਨਹੀਂ। ਇਹ ਕੋਈ ਦੁਨਿਆਵੀ ਮੰਤਰ ਥੋੜੀ ਨੇ ਵੀ ਇਸ ਵੇਲੇ ਆਹ ਮੰਤਰ ਪੜ੍ਹਨਾ ਤੇ ਇਸ ਵੇਲੇ ਆਹ ਮੰਤਰ ਪੜ੍ਹਨਾ ਹੈ।
ਗੁਰਬਾਣੀ ਨੂੰ ਜਦੋਂ ਮਰਜ਼ੀ ਪੜ੍ਹਿਆ ਜਾ ਸਕਦਾ। ਪਾਤਸ਼ਾਹ ਕਹਿਣ ਲੱਗੇ ਦਿਨ ਰਹਿਣ ਨਾਮ ਤੇ ਆਏਦਾ। ਜਿਹੜੇ ਰੱਬ ਨੂੰ ਮੰਨਣ ਵਾਲੇ ਦਿਨੇ ਵੀ ਰਹਿਣ ਰਾਤ ਨੂੰ ਵੀ ਨਾਮ ਨੂੰ ਧਿਆਉਂਦੇ ਹਨ। ਫਿਰ ਪਾਏ ਨਮੋਆ ਗੁਰਮੁਖੋ ਮੁਆ ਨਾਮ ਹੈਜੇ ਦਾ ਬਿਮਾਰੀ ਦਾ ਹੈ। ਪਾਤਸ਼ਾਹ ਕਹਿੰਦੇ ਦਿਨੇ ਰਾਤ ਨਵੇਂ ਜਪੇਗਾ ਨਾ, ਇਹ ਮਰੀ ਨਾਮ ਦੀ ਬਿਮਾਰੀ ਪੈ ਜਾਂਦੀ ਨਾ, ਜਾਨਵਰਾਂ ਦੇ ਵਿੱਚ ਭੇਡਾਂ ਮਰਨ ਲੱਗ ਪੈਂਦੀਆਂ ਆਪਣੇ ਆਪ ਹੀ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦੀ ਇਹ ਮਰੀ ਨਾਮ ਦੀ ਬਿਮਾਰੀ ਹੈਜੇ ਦੀ ਬਿਮਾਰੀ, ਐਸੇ ਜਿਹੜੇ ਰੋਗ ਨੇ ਇਹ ਨਹੀਂ ਤੇਰੇ ਉੱਪਰ ਪੈਂਦੇ, ਸਾਰੇ ਨਿਸਫਲ ਚਲੇ ਜਾਂਦੇ, ਫਿਰ ਬਖਸ਼ਿਸ਼ ਕਰਦੇ ਹਨ। ਦਿਨ ਰਹਿਣ ਨਾਮ ਧਿਆਇਂਦਾ ਫਿਰ ਪਾਏ ਨਮੋਆ। ਮੁਆ ਨਾਮ ਗੁਰਮੁਖੋਂ ਮਰਨ ਦਾ ਵੀ ਹੈ। ਪਾਤਸ਼ਾਹ ਕਹਿੰਦੇ ਫਿਰ ਜੰਮਣ ਤੇ ਮਰਨ ਵਿੱਚ ਨਹੀਂ ਪਵੇਗਾ। ਜੇ ਦਿਨੇ ਰਾਤ ਨਾਮ ਜਪੇਗਾ ਨਾ ਤੇ ਪਾਤਸ਼ਾਹ ਕਹਿਣ ਲੱਗੇ ਫਿਰ ਸੰਸਾਰ ਵਿੱਚੋਂ ਮੁਕਤ ਹੋ ਜਾਏਗਾ, ਜੰਮ ਕੇ ਆਉਣਾ ਹੀ ਨਹੀਂ ਪੈਣਾ। ਬਹੁਰ ਹਮ ਕਾਹੇ ਆਵੇਂਗੇ, ਫਿਰ ਮੈਂ ਕਿਉਂ ਆਵਾਂਗਾ ਦੁਨੀਆ ਵਿੱਚ, ਕਿਉਂਕਿ ਦੁਨੀਆ ਵਿੱਚ ਜਿਸ ਵਾਸਤੇ ਆਉਣਾ ਉਸ ਪਰਮੇਸ਼ਰ ਦਾ ਨਾਮ ਜੂ ਜਪ ਲਿਆ, ਹੁਣ ਨਹੀਂ ਦੁਨੀਆ ਵਿੱਚ ਆਉਣਾ। ਮਹਾਰਾਜ ਕਹਿਣ ਲੱਗੇ ਫਿਰ ਪਾਏ ਨਾ ਮੁਆ, ਮੁਆ ਨਾਮ ਮਰਨ ਦਾ, ਤੇ ਮਰਨ ਦੇ ਨਾਲ ਲਾ ਲੈਣਾ ਜਨਮ। ਇਹ ਜਨਮ ਤੇ ਮਰਨ ਇਹ ਫਿਰ ਦੁਬਾਰਾ ਨਹੀਂ ਪਾਵੇਂਗਾ। ਕਿਉਂ ਨਹੀਂ ਪਾਵੇਂਗਾ? ਕਿਉਂਕਿ ਦਿਨ ਰਹਿਣ ਨਾਮ ਤੇ ਆਏਦਾ, ਕਿਉਂਕਿ ਦਿਨੇ ਰਾਤ ਨਾਮ ਜੂ ਜਪਿਆ, ਇਸ ਕਰਕੇ ਫਿਰ ਉਹ ਜੰਮਣ ਮਰਨ ਨੂੰ ਨਹੀਂ ਪਾਉਂਦੇ ਹਨ। ਜਿਸ ਤੇ ਉਪਜਿਆ ਨਾਨਕਾ, ਇਹ ਜਿਸ ਬ੍ਰਹਮ ਤੋਂ ਜੀਵ ਪੈਦਾ ਹੁੰਦੇ ਨੇ, ਪਰਮੇਸ਼ਰ ਤੋਂ ਹੀ ਪੈਦਾ ਹੋਏ ਨੇ, ਅਕਾਲ ਪੁਰਖ ਤੋਂ, ਜਿਸ ਤੋਂ ਪੈਦਾ ਹੋਏ ਹਨ, ਸੋਈ ਫਿਰ ਹੋਆ। ਤੇ ਨਾਮ ਜਪਣ ਵਾਲੇ ਉਸੇ ਦਾ ਹੀ ਫਿਰ ਰੂਪ ਹੋ ਜਾਂਦੇ। ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ। ਗੁਰਬਾਣੀ ਦਾ ਬਚਨ 9ਵੇਂ ਮਹੱਲੇ ਦੇ ਸ਼ਲੋਕਾਂ ਦੇ ਵਿੱਚ ਪਾਤਸ਼ਾਹ ਕਹਿੰਦੇ ਜਿੱਥੋਂ ਪੈਦਾ ਹੋਇਆ ਸੋ ਉਸੇ ਵਿੱਚ ਹੀ ਸਮਾ ਜਾਂਦਾ ਹੈ। ਜਬ ਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ। 10ਵੇਂ ਪਾਤਸ਼ਾਹ ਕਹਿਣ ਲੱਗੇ ਪਰਮਾਤਮਾ ਇਹ ਜੀਵ ਸਾਰੇ ਤੇਰੇ ਤੋਂ ਹੀ ਪੈਦਾ ਹੋਏ ਤੇ ਅੰਤ ਨੂੰ ਇਹਨਾਂ ਸਾਰਿਆਂ ਨੇ ਤੇਰੇ ਵਿੱਚ ਹੀ ਆ ਕੇ ਮਿਲ ਜਾਣਾ ਹੈ। ਬ੍ਰਹਮ ਤੋਂ ਪੈਦਾ ਹੋਏ ਬ੍ਰਹਮ ਦੇ ਵਿੱਚ ਹੀ ਜਾ ਕੇ ਲੀਨ ਹੋ ਜਾਂਦੇ ਹਨ। ਕਿੱਥੋਂ ਉਪਜਾ ਕਰ ਹੈ। ਮਹਾਰਾਜ ਜੀ ਨੂੰ ਪੁੱਛਿਆ ਸਤਿਗੁਰੂ ਇਹ ਜੀਵ ਪੈਦਾ ਕਿੱਥੋਂ ਹੁੰਦਾ, ਇਹਦੇ ਜਨਮ ਦੀ ਕਹਾਣੀ ਕੀ ਹੈ? ਕਹਿ ਰਹਿ ਇਹ ਰਹਿੰਦਾ ਕਿੱਥੇ ਹੈ? ਆਪ ਕਿਰਪਾ ਕਰਕੇ ਦੱਸੋ। ਕਹੈ ਮਾਹੇ ਸਮਾਵੈ, ਤੇ ਅੰਤ ਨੂੰ ਸਮਾਉਂਦਾ ਕਿਹਦੇ ਵਿੱਚ ਹੈ? ਜਾ ਕੇ ਅੰਤ ਨੂੰ ਮਿਲਦਾ ਕਿਹਦੇ ਵਿੱਚ ਹੈ? ਇਹ ਆਪ ਜੀ ਦੱਸੋ। ਤੇ ਮਹਾਰਾਜ ਕਹਿਣ ਲੱਗੇ ਭਾਈ ਕਿੱਥੋਂ ਉਪਜੈ? ਉਪਜਣਾ ਕਿੱਥੋਂ ਹੈ? ਇਹ ਜੀਵ ਬ੍ਰਹਮ ਤੋਂ ਹੀ ਪੈਦਾ ਹੁੰਦਾ, ਅਕਾਲ ਪੁਰਖ ਤੋਂ ਪੈਦਾ ਹੋਇਆ, ਪਰਮੇਸ਼ਰ ਦੀ ਅੰਸ਼ ਹੈ। ਇਹ ਜੀਵ ਰੱਬ ਤੋਂ ਪੈਦਾ ਹੋਇਆ ਹੈ। ਅਤੇ ਜਿਹੜਾ ਵਿਚਕਾਰਲਾ ਸਮਾਂ ਨਾ ਕਹਿ ਰਹਿੰਦਾ ਕਿੱਥੇ ਹੈ? ਮਹਾਰਾਜ ਕਹਿੰਦੇ ਰਹਿੰਦਾ ਵੀ ਤੇ ਰੱਬ ਦੇ ਆਸਰੇ ਹੀ ਹੈ। ਆਪਾਂ ਜਿੰਨੇ ਤੁਰੇ ਫਿਰਦੇ ਆ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਹਵਾ ਦਾ ਵਾਜਾ ਸਾਡੇ ਅੰਦਰ ਵੱਜਦਾ ਪਿਆ, ਹਵਾ ਦਾ ਥੰਮ ਪਰਮਾਤਮਾ ਨੇ ਦਿੱਤਾ। ਇਹ ਉਹਦਾ ਹੀ ਆਸਰਾ ਵੀ ਅਸੀਂ ਤੁਰੇ ਫਿਰਦੇ। ਜਿੱਦਣ ਉਹਨੇ ਹਵਾ ਖਿੱਚ ਲਈ ਉਦੋਂ ਕਹਿ ਦੇਣਾ ਵੀ ਇਹ ਮਰ ਗਿਆ, ਇਹ ਖਤਮ ਹੋ ਗਿਆ। ਇੱਥੇ ਵੀ ਦੁਨੀਆ ਉਹਦੇ ਆਸਰੇ ਹੀ ਹੈ। ਕਹਿ ਮਾਹੇ ਸਮਾਵੇ, ਤੇ ਅੰਤ ਨੂੰ ਜਾ ਕੇ ਉਸੇ ਵਿੱਚ ਇਸ ਜੀਵ ਨੇ ਸਮਾ ਜਾਣਾ ਹੈ। ਇਹ ਮਹਾਰਾਜ ਨੇ ਸਵਾਲ ਦਾ ਉੱਤਰ ਵੀ ਦਿੱਤਾ ਹੈ। ਪੈਦਾ ਕਿੱਥੋਂ ਹੋਏ? ਇਹ ਸਵਾਲ ਹੈ। ਉੱਤਰ ਇਹ ਹੈ ਪੈਦਾ ਬ੍ਰਹਮ ਤੋਂ ਹੋਏ। ਇਹ ਦੁਨੀਆ ਵਿੱਚ ਬੰਦਾ ਕਿਹਦੇ ਆਸਰੇ ਰਹਿੰਦਾ ਹੈ? ਇਹਨੂੰ ਕਿਹਦੀ ਸਪੋਰਟ ਹੈ? ਕਿਹਦਾ ਆਸਰਾ ਹੈ? ਇਹਦਾ ਉੱਤਰ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਹੀ ਆਸਰਾ ਹੈ ਭਾਈ, ਉਹਦੇ ਆਸਰੇ ਬਿਨਾਂ ਨਹੀਂ। ਮਹਾਰਾਜ ਮਰਨ ਤੋਂ ਬਾਅਦ ਵਿੱਚ ਪਾਤਸ਼ਾਹ ਕਹਿੰਦੇ ਫਿਰ ਉਹਦੇ ਵਿੱਚ ਹੀ ਸਮਾ ਜਾਂਦਾ ਹੈ। ਇਹ ਤੇਰੇ ਸਵਾਲਾਂ ਦਾ ਜਵਾਬ ਮਹਾਰਾਜ ਨੇ ਬਖਸ਼ਿਆ ਹੈ। ਜੀ ਜੰਤ ਸਭ ਖਸਮ ਕੇ, ਗੁਰਮੁਖੋ ਜੀ ਨਿੱਕੇ ਨਿੱਕੇ ਜਿਹੜੇ ਕੀੜੇ ਨੇ, ਅਣੂ ਪਰਮਾਣੂ ਕੀਟਾਣੂ ਜਿਹੜੇ ਦਿਸਦੇ ਨਹੀਂ, ਇਹ ਵੀ ਉਸ ਖਸਮ ਦੇ ਪੈਦਾ ਕੀਤੇ। ਇਹ ਕੀੜੀਆਂ ਕੀੜੇ, ਇਹ ਕੀਟਾਣੂ ਜਾਂ ਕਹਿ ਲਈਏ ਮੱਖੀਆਂ ਮੱਛਰ, ਇਹ ਨਿੱਕੇ ਨਿੱਕੇ ਜਿਹੜੇ ਨੇ ਇਹ ਰੱਬ ਦੇ ਹੀ ਪੈਦਾ ਕੀਤੇ ਹੋਏ। ਜੰਤ ਜਿਨ੍ਹਾਂ ਨੂੰ ਵੱਡੇ ਸਰੀਰ ਵਾਲੇ ਆਖਿਆ, ਜਿਵੇਂ ਹਾਥੀ ਹੈ, ਘੋੜਾ ਹੈ, ਊਂਠ ਹੈ, ਵੱਡੇ ਵੱਡੇ ਦੇਵਤੇ ਨੇ, ਮਨੁੱਖ ਨੇ, ਇਹ ਵੀ ਪਰਮਾਤਮਾ ਦੇ ਪੈਦਾ ਕੀਤੇ ਹੋਏ। ਜੀ ਜੰਤ ਸਭ ਖਸਮ ਕੇ। ਗੁਰਬਾਣੀ ਵਿੱਚ ਤੁਸੀਂ ਬਾਣੀ ਪੜ੍ਹਦੇ ਹੋ, ਇਹ ਸ਼ਬਦ ਕਈ ਵਾਰੀ ਆਵੇਗਾ ਜੀ ਜੰਤ। ਜੀ ਤੋਂ ਭਾਵ ਹੁੰਦਾ ਨਿੱਕੇ ਨਿੱਕੇ ਜਿਹੜੇ ਦਿਸਦੇ ਨਾ ਹੋਣ, ਤੇ ਜੰਤ ਜਿਹੜੇ ਵੱਡੇ ਵੱਡੇ ਦਿਸਦੇ ਹੋਣ ਸਰੀਰਾਂ ਵਾਲੇ। ਇਹ ਪਾਤਸ਼ਾਹ ਸਭ ਖਸਮ ਕੇ ਸਾਰੇ ਤੁਹਾਡੇ ਹੀ ਬਣਾਏ ਹੋਏ, ਤੁਸੀਂ ਪੈਦਾ ਕੀਤੇ ਹਨ। ਕੌਣ ਕੀਮਤ ਪਾਵੈ,
ਅਕਾਲ ਪੁਰਖ ਤੁਹਾਡੀ ਕੀਮਤ ਕੋਈ ਨਹੀਂ ਪਾ ਸਕਦਾ। ਕੀਮਤ ਕਹੀਏ ਵੀ ਤੁਹਾਡਾ ਕੋਈ ਅੰਤ ਨਹੀਂ ਪਾ ਸਕਦਾ। ਕਿੰਨੀ ਸ੍ਰਿਸ਼ਟੀ ਤੁਸੀਂ ਬਣਾਈ ਹੈ, ਕਿੰਨੀ ਦੁਨੀਆ ਬਣਾਈ ਹੈ, ਪਾਤਸ਼ਾਹ ਨਹੀਂ, ਤੁਹਾਡਾ ਅੰਤ ਕੋਈ ਨਹੀਂ ਪਾਉਂਦਾ ਹੈ। ਕਹਿਨ ਧਿਆਨ ਸੁਣ ਨਿਤ। ਜਿਹੜੇ ਗੁਰਮੁਖ ਨੇ ਉਹ ਸਦਾ ਹੀ ਜ਼ੁਬਾਨ ਦੇ ਨਾਲ ਕਹਿਣ, ਤੁਹਾਡੇ ਜਸ ਨੂੰ ਕਹਿੰਦੇ। ਕਿਸੇ ਗੁਰਮੁਖ ਨੂੰ ਬੁਲਾ ਕੇ ਵੇਖਿਓ, ਉਹਦੀ ਜ਼ੁਬਾਨ ਤੋਂ ਹਰ ਵੇਲੇ ਨਿਕਲੇਗਾ ਵਾਹਿਗੁਰੂ ਵਾਹਿਗੁਰੂ। ਇਸ ਤਰ੍ਹਾਂ ਗੁਰਮੁਖ ਹਰ ਵੇਲੇ ਕਹਿੰਦੇ ਪਏ। ਤੇ ਸੁਣਨ, ਗੁਰਮੁਖਾਂ ਦਾ ਧਿਆਨ ਹਰ ਵੇਲੇ ਬਾਣੀ ਸੁਣਨ ਵਿੱਚ ਹੀ ਲੱਗਾ ਰਹਿੰਦਾ। ਕੋਈ ਪਾਠ ਕਰਦਾ ਹੋਵੇ ਨਾ, ਉੱਥੇ ਹੀ ਬੈਠ ਜਾਣਗੇ, ਚੱਲ ਭਾਈ ਬਾਣੀ ਸੁਣ ਲਈਏ, ਬੈਠੇ ਹਾਂ। ਗੁਰੂ ਘਰ ਆ ਕੇ ਬਾਣੀ ਸੁਣਦੇ ਬੈਠ ਜਾਂਦੇ। ਕੋਈ ਨਿਤਨੇਮ ਸੁਣਦਾ ਪਿਆ, ਕੋਈ ਗੁਰਬਾਣੀ ਦਾ ਕੀਰਤਨ ਸੁਣਦਾ, ਕੋਈ ਕਥਾ ਸੁਣਨ ਵਾਸਤੇ ਆ ਜਾਂਦਾ ਹੈ, ਕੋਈ ਅਰਦਾਸ ਸੁਣਨ ਵਾਸਤੇ ਆ ਜਾਂਦਾ ਵੀ ਚਲੋ ਅਰਦਾਸ ਦੇ ਵਿੱਚ ਹਾਜ਼ਰੀ ਲਵਾਈਏ। ਇਸ ਤਰ੍ਹਾਂ ਗੁਰਮੁਖ ਉਸ ਦੇ ਨਾਮ ਨੂੰ ਸੁਣਦੇ ਹਨ। ਸੇ ਭਗਤ ਸੁਹਾਵਾ। ਉਹ ਜਿਹੜੇ ਭਗਤ ਨੇ ਗੁਰਮੁਖੋ ਸ਼ੋਭਾ ਵਾਲੇ ਹੁੰਦੇ ਨੇ, ਉਹ ਸ਼ੋਭਾ ਵਾਲੇ ਭਗਤ, ਉਹਨਾਂ ਦੀ ਵਡਿਆਈ ਹੈ ਜਿਹੜੇ ਨਾਮ ਨੂੰ ਜਪਦੇ ਤੇ ਸੁਣਦੇ ਹਨ। ਅਗਮ ਅਗੋਚਰ ਸਾਹਿਬ। ਉਹ ਜਿਹੜਾ ਸਾਹਿਬ ਹੈ ਨਾ, ਮਾਲਕ, ਉਹਦੇ ਤੱਕ ਮਨ ਦੀ ਪਹੁੰਚ ਨਹੀਂ ਹੈ। ਜੇ ਕੋਈ ਬੰਦਾ ਆਖੇ ਕਿ ਮੈਂ ਮਨ ਦੀ ਰੇਸ ਲਾ ਕੇ ਰੱਬ ਤੱਕ ਪਹੁੰਚਾਂਗਾ, ਨਹੀਂ, ਮਨ ਨਹੀਂ ਪਹੁੰਚੇਗਾ ਉਹਦੇ ਤੱਕ। ਉਹ ਪਰਮਾਤਮਾ ਮਨ ਦੀ ਪਕੜ ਤੋਂ ਪਰੇ ਹੈ। ਅਗੋਚਰ, ਉਹਨੂੰ ਜਫਾ ਵੀ ਨਹੀਂ ਪਾਇਆ ਜਾ ਸਕਦਾ, ਫੜਿਆ ਨਹੀਂ ਜਾ ਸਕਦਾ। ਧੰਨ ਦਸਵੇਂ ਪਾਤਸ਼ਾਹ ਮਹਾਰਾਜ ਜਦੋਂ ਸੱਚਖੰਡ ਨੂੰ ਜਾਣ ਲੱਗੇ ਨਾ, ਤੇ ਪਾਤਸ਼ਾਹ ਜੀ ਘੋੜੇ ਦੇ ਉੱਪਰ ਚੜ੍ਹੇ ਹੋਏ, ਤੇ ਭਾਈ ਧਰਮ ਸਿੰਘ ਜੀਆਂ ਨੇ ਅੱਗੇ ਹੋ ਕੇ ਉਸ ਵੇਲੇ ਮੱਥਾ ਟੇਕਣ ਵਾਸਤੇ ਅੱਗੇ ਵਧੇ, ਤੇ ਮਹਾਰਾਜ ਦੇ ਚਰਨਾਂ ਨੂੰ ਸਪਰਸ਼ ਕਰਨਾ ਚਾਹੁੰਦੇ ਵੀ ਚਰਨ ਫੜ ਕੇ ਮੈਂ ਮੱਥਾ ਟੇਕਾਂ। ਜਦੋਂ ਚਰਨ ਫੜਨ ਲੱਗੇ ਤੇ ਚਰਨ ਹੱਥ ਵਿੱਚ ਹੀ ਨਾ ਆਏ। ਭਾਈ ਧਰਮ ਸਿੰਘ ਜੀ ਹੈਰਾਨ ਹੋ ਕੇ ਪੁੱਛਦੇ, ਪਾਤਸ਼ਾਹ ਇਹ ਕੀ ਕੌਤਕ ਹੈ? ਤੇ ਮਹਾਰਾਜ ਕਹਿਣ ਲੱਗੇ, ਭਾਈ ਧਰਮ ਸਿੰਘ ਜੀ, ਬਚਨ ਇਹ ਹੈ ਵੀ ਜਿਹੜਾ ਪਹਿਲਾ ਸਰੂਪ ਸੀ ਉਹ ਕੇਵਲ ਤੁਹਾਨੂੰ ਵਿਖਾਉਣ ਵਾਸਤੇ ਅਸੀਂ ਧਾਰਿਆ ਸੀ। ਵੈਸੇ ਤੇ ਅਸੀਂ ਪ੍ਰਕਾਸ਼ ਸਰੂਪੀਆਂ, ਕਿਸੇ ਦੀ ਪਕੜ ਵਿੱਚ ਨਹੀਂ ਆਉਂਦੇ, ਪਕੜ ਨਹੀਂ ਸਕਦਾ ਪਰਮੇਸ਼ਰ ਨੂੰ ਕੋਈ। ਕਹਿੰਦੇ ਵੀ ਇਸ ਤਰ੍ਹਾਂ ਦਾ ਰੂਪ ਹੈ ਪਰਮਾਤਮਾ ਦਾ ਜਿਹੜਾ ਫੜਿਆ ਨਹੀਂ ਜਾ ਸਕਦਾ, ਜਿਸ ਨੂੰ ਜੱਫਾ ਨਹੀਂ ਪਾ ਸਕਦੇ ਆਪਾਂ, ਐਸਾ ਉਹ ਪਰਮਾਤਮਾ ਹੈ। ਅਗੋਚਰ ਕਹੀਏ ਵੀ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ, ਕੰਨਾਂ ਨਾਲ ਉਹਦੀ ਸਾਰੀ ਮਹਿਮਾ ਨਹੀਂ ਸੁਣੀ ਜਾ ਸਕਦੀ, ਜ਼ੁਬਾਨ ਨਾਲ ਉਸ ਨੂੰ ਪੂਰੇ ਤੌਰ ਤੇ ਵਰਣਨ ਨਹੀਂ ਕੀਤਾ ਜਾ ਸਕਦਾ। ਜਿਵੇਂ ਸਾਡੀ ਚਮੜੀ ਦੱਸਦੀ ਹੈ ਨਾ ਵੀ ਠੰਡ ਹੈ ਕਿ ਗਰਮੀ ਹੈ, ਇਸ ਤਰ੍ਹਾਂ ਚਮੜੀ ਵੀ ਉਹਦੇ ਬਾਰੇ ਕੋਈ ਵਿਖਿਆਨ ਨਹੀਂ ਕਰ ਸਕਦੀ ਹੈ। ਇਸ ਤਰ੍ਹਾਂ ਉਹ ਪਰਮਾਤਮਾ, ਤਾਂ ਉਸ ਨੂੰ ਅਗੋਚਰ ਕਿਹਾ ਹੈ। ਸਰੀਰ ਦੀ ਪਕੜ ਤੋਂ ਕੋਈ ਵੀ ਸਰੀਰ ਦਾ ਅੰਗ ਉਹਦੇ ਤੱਕ ਪਹੁੰਚ ਨਹੀਂ ਸਕਦਾ ਹੈ। ਦੂਸਰ ਲਵੇ ਨਾ ਲਾਵਾ। ਲਵੇ ਤੋਂ ਭਾਵ ਹੁੰਦਾ ਗੁਰਮੁਖੋ ਬਰਾਬਰ, ਉਹਦੇ ਲਵੇ ਕੋਈ ਨਹੀਂ ਲੱਗਦਾ। ਆਪਾਂ ਆਮ ਹੀ ਕਹਿ ਦਿੰਦੇ ਨਾ, ਆਪਣੀ ਭਾਸ਼ਾ ਆਮ ਹੀ ਵਰਤਿਆ ਜਾਣ ਵਾਲਾ ਬਚਨ ਵੀ ਇਹ ਤੇ ਉਹਦੇ ਲਵੇ ਤੱਕ ਨਹੀਂ। ਲਵੇ ਤੋਂ ਭਾਵ ਹੁੰਦਾ ਬਰਾਬਰ, ਵੀ ਉਹਦੇ ਬਰਾਬਰ ਤੇ ਕੋਈ ਪਹੁੰਚ ਹੀ ਨਹੀਂ ਸਕਦਾ। ਗੁਰੂ ਪਾਤਸ਼ਾਹ ਕਹਿੰਦੇ, ਗੁਣ ਇਹੋ ਔਰ ਨਾ ਹੀ ਕੋਏ ਨਾ ਕੋ ਹੋਆ। ਨਾ ਕੋ ਹੋਇਆ ਸੀ, ਨਾ ਕਿਸੇ ਨੇ ਹੋਣਾ ਹੈ। ਸੱਚ ਪੂਰੇ ਗੁਰ ਉਪਦੇਸਿਆ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਸਾਡੇ ਪੂਰੇ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ, ਉਹਨਾਂ ਨੇ ਪੂਰਨ ਤੌਰ ਤੇ ਸਾਨੂੰ ਉਪਦੇਸ਼ ਬਖਸ਼ਿਆ ਹੈ। ਨਾਨਕ ਸੁਣਾਵਾ। ਉਹ ਵਚਨ ਅਸੀਂ ਤੁਹਾਨੂੰ ਇੱਥੇ ਸੁਣਾਉਂਦੇ ਆ, ਗੁਰੂ ਕੇ ਸਿੱਖੋ। ਜਿਹੜਾ ਉਪਦੇਸ਼ ਸਾਨੂੰ ਮਿਲਿਆ ਨਾ ਗੁਰੂ ਰਾਮਦਾਸ ਪਾਤਸ਼ਾਹ ਤੋਂ, ਉਹੀ ਉਪਦੇਸ਼ ਸਿੱਖੋ ਅਸੀਂ ਤੁਹਾਨੂੰ ਦਿੰਦੇ ਹਾਂ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਇਹ ਗੁਰਬਾਣੀ ਰਚਦੇ ਪਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਾਣੀ ਰਚਦਿਆਂ ਜਦੋਂ 3 ਪੌੜੀਆਂ ਮਹਾਰਾਜ ਸਾਹਿਬ ਜੀ ਨੇ ਰਚੀਆਂ ਨਾ ਗੁਰਬਾਣੀ ਦੀਆਂ, ਇੰਨੇ ਚਿਰ ਨੂੰ ਮਹਾਰਾਜ ਸਾਹਿਬ ਜੀਆਂ ਨੇ ਉੱਪਰ ਨੂੰ ਦੇਖਿਆ ਤੇ ਕੀ ਵੇਖਦੇ ਪਏ ਵੀ ਸਾਹਮਣੇ ਲਾਂਗਰੀ ਸਿੰਘ ਹੱਥ ਜੋੜ ਕੇ ਖਲੋਤਾ ਹੋਇਆ। ਮਹਾਰਾਜ ਨੇ ਪੁੱਛਿਆ, ਹਾਂ ਭਾਈ ਕਿਸ ਵਾਸਤੇ ਖਲੋਤੇ ਹੋ? ਕਹਿੰਦਾ, ਮਹਾਰਾਜ ਜੀ ਪ੍ਰਸ਼ਾਦਾ ਤਿਆਰ ਹੋ ਚੁੱਕਿਆ ਹੈ ਤੇ ਮੈਂ ਆਪ ਜੀ ਦੀ ਉਡੀਕ ਕਰਦਾ ਪਿਆ। ਆਪ ਦੀ ਛਕੋਗੇ ਤੇ ਫਿਰ ਸੰਗਤਾਂ ਛਕਣਗੀਆਂ ਤੇ ਕਿੰਨਾ ਕੁ ਸਮਾਂ ਅਜੇ ਲੱਗਣਾ ਹੈ। ਇਹ ਬਚਨ ਸੁਣ ਕੇ ਮਹਾਰਾਜ ਕਹਿਣ ਲੱਗੇ, ਚਲੋ ਭਾਈ ਪਹਿਲਾਂ ਪ੍ਰਸ਼ਾਦਾ ਛਕੀਏ, ਸੰਗਤ ਵੀ ਛਕੇ, ਇਹ ਕਾਰਜ ਫਿਰ ਗੁਰਬਾਣੀ ਦਾ ਅੱਗੇ ਕਰਾਂਗੇ। ਇਸ ਤਰ੍ਹਾਂ ਕਹਿ ਕੇ ਮਹਾਰਾਜ ਉਸ ਵੇਲੇ ਉੱਠ ਕੇ ਖੜੇ ਹੋ ਕੇ ਤੇ ਪ੍ਰਸ਼ਾਦਾ ਛਕਣ ਚਲੇ ਗਏ। ਇਹ ਗੁਰਬਾਣੀ ਦੀਆਂ 3 ਪੌੜੀਆਂ ਹੀ ਮਹਾਰਾਜ ਸਾਹਿਬ ਜੀ ਨੇ ਲਿਖੀਆਂ ਨੇ, ਇਹ ਤੋਂ ਅੱਗੇ ਵਾਰ ਨੂੰ ਨਹੀਂ ਲਿਖਿਆ। ਬਾਕੀ ਗੁਰਮੁਖੋ ਇਹ ਤੇ ਸੰਸਾਰੀ ਘਟਨਾ ਹੈ। ਨਿਰੰਕਾਰ ਨੂੰ ਕੀ ਪਾਉਂਦਾ ਹੈ, ਗੁਰੂ ਨੂੰ ਕੀ ਚੰਗਾ ਲੱਗਦਾ, ਇਹ ਆਪਾਂ ਕੋਈ ਵੀ ਨਹੀਂ ਜਾਣ ਸਕਦੇ। ਆਪਾਂ ਆਪਣੀਆਂ ਦਲੀਲਾਂ ਦੇ ਸਕਦੇ ਹਾਂ, ਵਿਚਾਰ ਦੇ ਸਕਦੇ, ਪਰ ਗੁਰੂ ਪਾਤਸ਼ਾਹ ਨੇ ਇਸ ਬਾਣੀ ਦੀਆਂ 3 ਪੌੜੀਆਂ ਕਿਉਂ ਉਚਾਰੀਆਂ, ਉਹਦਾ ਕਾਰਨ ਕੀ ਹੈ, ਇਹ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਹੀ ਮਹਾਰਾਜ ਜਾਣਦੇ ਵੀ ਉਹਨਾਂ ਨੇ ਇਹੋ ਜਿਹੀ ਵਿਧ ਬਣਾਈ ਹੈ
ਇਹੋ ਜਿਹਾ ਬਹਾਨਾ ਬਣਾਇਆ ਵੀ ਲਾਂਗਰੀ ਸਿੰਘ ਆ ਗਿਆ ਪ੍ਰਸ਼ਾਦਾ ਦੇ ਕਹਿਣ ਵਾਸਤੇ, ਤੇ ਉਹ ਉੱਠ ਕੇ ਚੱਲ ਪਿਆ ਵੀ ਪ੍ਰਸ਼ਾਦਾ ਨਹੀਂ ਪ੍ਰਸ਼ਾਦਾ ਛਕਣਾ। ਇਹ ਤੇ ਇੱਕ ਸਾਖੀ ਹੈ ਇਤਿਹਾਸ ਦੀ, ਪਰ ਅਸਲ ਕਾਰਨ ਉਹ ਤੇ ਮਹਾਰਾਜ ਸਾਹਿਬ ਆਪ ਹੀ ਜਾਣਦੇ ਵੀ ਕੀ ਮੌਜ ਹੈ। ਇਤ ਸ੍ਰੀ ਅਰਜਨ ਰਚਿਤ ਗ੍ਰੰਥ ਨਿਤ ਲਿਖਤ ਜਾਤ ਗੁਰਦਾਸ ਸੁਜਾਨ। ਭਾਈ ਸੰਤੋਖ ਸਿੰਘ ਨੇ ਲਿਖਿਆ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਲਿਖਾਉਂਦੇ ਪਏ ਤੇ ਭਾਈ ਗੁਰਦਾਸ ਜੀ ਬਾਣੀ ਲਿਖਦੇ ਪਏ। ਪ੍ਰਭ ਜੀ ਭੋਜਨ ਅਬ ਤਿਆਰ ਹੈ, ਰਾਵਰ ਕੀ ਜਿਮ ਹੋਏ ਰਜਾਏ। ਲਾਂਗਰੀ ਸਾਹਿਬ ਨੇ ਆ ਕੇ ਆਖਿਆ ਮਹਾਰਾਜ ਪ੍ਰਸ਼ਾਦਾ ਤਿਆਰ ਹੈ, ਹੁਣ ਤੁਹਾਡਾ ਹੁਕਮ ਹੈ ਵੀ ਅੱਗੇ ਕੀ ਕਰਨਾ ਹੈ। ਤੇ ਉਸ ਵੇਲੇ ਪੌੜੀ ਤੀਨ ਉਚਾਰ ਕੀਨੀ ਸੂਪਕਾਰ ਤਬ ਹੂੰ ਚੱਲ ਆਏ। ਇੰਨੇ ਚਿਰ ਨੂੰ ਰਸੋਈਆ ਆ ਗਿਆ ਮਹਾਰਾਜ, ਪਰ 3 ਪੌੜੀਆਂ ਹੀ ਅਜੇ ਮਹਾਰਾਜ ਨੇ ਰਚੀਆਂ ਸਨ। ਹਿਤ ਆਹਾਰ ਕੇ ਆਦਰ ਕਰਬੇ ਸ੍ਰੀ ਗੁਰ ਹਟੇ ਨਾ ਬਹੁਰ ਬਣਾਏ। ਕਹਿੰਦੇ ਭਾਈ ਨਹੀਂ, ਅੰਨ ਦਾ ਸਤਿਕਾਰ ਜ਼ਰੂਰੀ ਹੈ। ਜੇ ਅੰਨ ਥਾਲੀ ਵਿੱਚ ਪੈ ਕੇ ਆ ਜਾਵੇ ਨਾ ਛਕਣ ਵਾਸਤੇ, ਤੇ ਤੂੰ ਕੋਈ ਵੀ ਕੰਮ ਕਰਦਾ ਹੋਵੇਂ ਕੰਮ ਛੱਡ ਕੇ ਪ੍ਰਸ਼ਾਦਾ ਛਕ ਲਿਆ ਕਰ। ਅੰਨ ਦਾ ਸਤਿਕਾਰ ਜ਼ਰੂਰੀ ਹੈ। ਆਪਾਂ ਕਈ ਵਾਰੀ ਕੀ ਵੇਖਦੇ, ਪ੍ਰਸ਼ਾਦਾ ਕੋਲ ਪਿਆ ਪਿਆ ਠੰਡਾ ਹੋ ਜਾਂਦਾ, ਮੋਬਾਈਲ ਵਿੱਚੋਂ ਹੀ ਨਹੀਂ ਨਿਕਲਿਆ ਜਾਂਦਾ, ਉਹਦੇ ਵਿੱਚ ਹੀ ਫਸੇ ਰਹੀਦਾ। ਪਾਤਸ਼ਾਹ ਕਹਿੰਦੇ ਅੰਨ ਦਾ ਨਿਰਾਦਰ ਨਾ ਕਰਿਆ ਕਰ, ਬਰਕਤ ਨਹੀਂ ਰਵੇਗੀ, ਮੁੜ ਕੇ ਅੰਨ ਨੂੰ ਤਰਸਦਾ ਫਿਰੇਗਾ। ਜੇ ਅੰਨ ਥਾਲੀ ਵਿੱਚ ਪੈ ਗਿਆ ਹੈ, ਪਹਿਲਾਂ ਉਹਨੂੰ ਛਾ ਕੇ ਦੁਨੀਆ ਦੇ ਕੰਮ ਤੇ ਹੁੰਦੇ ਹੀ ਰਹਿਣ, ਇਹ ਤੇ ਚੱਲੀ ਜਾਣੇ ਇਸੇ ਤਰ੍ਹਾਂ। ਸੋ ਇਸ ਤਰ੍ਹਾਂ ਮਹਾਰਾਜ ਨੇ ਉਪਦੇਸ਼ ਸਾਨੂੰ ਬਖਸ਼ਿਆ। ਉਸ ਵੇਲੇ ਪ੍ਰਸ਼ਾਦਾ ਛਕਿਆ, ਸੰਗਤ ਵਿੱਚ ਛਕਾਇਆ ਗਿਆ, ਪਰ ਮਹਾਰਾਜ ਨੇ ਫਿਰ ਇਹ ਬਾਣੀ ਦੀਆਂ 3 ਪੌੜੀਆਂ ਹੀ ਰਹਿਣ ਦਿੱਤੀਆਂ। ਇਹਦੇ ਤੋਂ ਅੱਗੇ ਫਿਰ ਇਹ ਬਾਣੀ ਉਚਾਰੀ ਨਹੀਂ ਹੈ। ਗੁਰਮੁਖੋ ਐਸੇ ਤਰ੍ਹਾਂ ਇਤਿਹਾਸ ਦੇ ਵਿੱਚ ਬਚਨ ਆਉਂਦਾ ਹੈ ਕਿ ਇੱਕ ਭਾਈ ਤੇਜਾ ਸਿੰਘ ਜੀ ਹੋਏ, ਉਹ ਕਿਤੇ ਹਜ਼ੂਰ ਸਾਹਿਬ ਦੀ ਯਾਤਰਾ ਕਰਨ ਵਾਸਤੇ ਗਏ। ਉਹਨਾਂ ਨੇ ਇਸ ਤਰ੍ਹਾਂ ਲਿਖਿਆ ਵੀ ਮੈਨੂੰ ਇੱਕ ਪੋਥੀ ਪ੍ਰਾਪਤ ਹੋਈ ਹੈ, ਉਹਦੇ ਵਿੱਚ 15 ਪੌੜੀਆਂ ਉਹਨਾਂ ਨੇ ਆਪਣੇ ਕੋਲੋਂ ਹੀ ਕਿਸੇ ਕੋਲੋਂ ਲਿਖਵਾ ਲਈਆਂ, ਤੇ 15 ਪੌੜੀਆਂ ਇਸ ਵਾਰ ਦੀਆਂ ਲਿਖੀਆਂ। ਸੋ ਉਹਨਾਂ ਪੌੜੀਆਂ ਵਿੱਚ 8ਵੇਂ ਪਾਤਸ਼ਾਹ ਸ਼ਲੋਕ ਮਹੱਲਾ 8ਵਾਂ ਤੇ ਅੱਗੇ ਬਚਨ ਇਹ ਲਿਖ ਦਿੱਤਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਸ ਤਰ੍ਹਾਂ 8ਵੇਂ ਪਾਤਸ਼ਾਹ ਦਾ ਸ਼ਲੋਕ ਲਿਖ ਕੇ ਥੱਲੇ ਇਹੋ ਜਿਹੇ ਆਪਣੇ ਕੋਲੋਂ ਲਿਖ ਦਿੱਤੀਆਂ ਗਈਆਂ ਗੱਲਾਂ। ਇਸੇ ਤਰ੍ਹਾਂ ਕੁਝ ਸ਼ਲੋਕ ਗੁਰੂ ਹਰਿਰਾਏ ਪਾਤਸ਼ਾਹ ਮਹਾਰਾਜ ਦੇ ਨਾਮ ਤੇ ਲਿਖ ਦਿੱਤੇ ਗਏ 7ਵਾਂ ਮਹੱਲਾ ਪਾ ਕੇ। ਕੁਝ ਸ਼ਲੋਕ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੇ ਨਾਮ ਦੇ ਉੱਪਰ ਲਿਖ ਦਿੱਤੇ ਗਏ। ਇਸ ਤਰ੍ਹਾਂ ਲਿਖ ਕੇ ਉਹਨਾਂ ਨੇ 15 ਪੌੜੀਆਂ ਬਣਾ ਕੇ ਆਖਿਆ ਵੀ ਇਹ ਮਹਾਰਾਜ ਨੇ ਬਾਣੀ 15 ਪੌੜੀਆਂ ਉਚਾਰੀ ਹੈ, ਤੁਸੀਂ 3 ਪੌੜੀਆਂ ਹੀ ਲਿਖੀਆਂ ਗੁਰੂ ਗ੍ਰੰਥ ਸਾਹਿਬ ਵਿੱਚ, ਬਾਕੀ ਆ ਸਾਡੇ ਕੋਲ ਆ ਕੇ ਲੈ ਜਾਵੋ। ਪਰ ਪੰਥ ਨੇ ਉਹਨਾਂ ਦੀ ਫਿਰ ਇਸ ਚਾਲ ਨੂੰ ਜਿਹੜਾ ਹੈ ਉਹ ਕਬੂਲਿਆ ਨਹੀਂ। ਕਹਿੰਦੇ ਨਹੀਂ ਭਾਈ, ਇਹ ਤੁਸੀਂ ਛਲ ਕਰਦੇ ਪਏ, ਅਸੀਂ ਤੇ ਉਹੀ ਮੰਨਾਂਗੇ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ। ਕਿਸੇ ਨੇ ਆਪਣੇ ਕੋਲੋਂ ਪੋਥੀ ਵਿੱਚ ਲਿਖ ਲਿਆ ਤੇ ਉਹਦੀ ਗੱਲ ਨੂੰ ਮੰਨਿਆ ਨਹੀਂ ਜਾ ਸਕਦਾ। ਉਹਦੇ ਵਿੱਚ ਉਹਦਾ ਕੀ ਮਨੋਰਥ ਹੈ ਕੋਈ ਜਾਣ ਨਹੀਂ ਸਕਦਾ ਹੈ। ਜਿਵੇਂ ਗੁਰਮੁਖੋ ਇਸੇ ਤਰ੍ਹਾਂ ਭਾਈ ਤੇਜਾ ਸਿੰਘ ਵਰਗਿਆਂ ਦਾ ਇਤਿਹਾਸ ਆਪਾਂ ਸਰਵਣ ਕੀਤਾ। ਭਾਈ ਸੋਭਾ ਸਿੰਘ ਨਾਮ ਦਾ ਇੱਕ ਗਿਆਨੀ ਹੋਇਆ। ਇਹਦਾ ਜਦੋਂ ਇਹਦੇ ਜੀਵਨ ਨੂੰ ਪੜ੍ਹੀਏ ਨਾ, ਇਹ ਬੰਦਾ ਉਹ ਹੈ ਜਿਹਨੇ ਇਹ ਲਿਖਿਆ ਸੀਗਾ ਵੀ ਰਾਗਮਾਲਾ ਗੁਰੂ ਦੀ ਬਾਣੀ ਨਹੀਂ ਹੈ। ਇਹਨੇ ਸਭ ਤੋਂ ਪਹਿਲਾਂ ਇਹ ਸੋਭਾ ਸਿੰਘ ਨੇ ਆਖਿਆ ਸੀ ਵੀ ਰਾਗਮਾਲਾ ਨਹੀਂ ਪੜ੍ਹਨੀ ਚਾਹੀਦੀ, ਇਹ ਗੁਰੂ ਕੀ ਬਾਣੀ ਨਹੀਂ। ਗੁਰੂ ਕਿਆਂ ਸਿੱਖਾਂ ਨੇ ਫਿਰ ਇਹਦੀ ਤਫਤੀਸ਼ ਕੀਤੀ ਵੀ ਇਹ ਕਾਰਨ ਕੀ ਹੈ। ਉਹਦੇ ਵਿੱਚ ਕਾਰਨ ਇਹ ਲੱਭਿਆ ਸੀਗਾ ਵੀ ਇਹ ਸੋਭਾ ਸਿੰਘ ਦਾ ਝਗੜਾ ਸੀ ਆਪਣੇ ਭਰਾ ਦੇ ਨਾਲ ਜ਼ਮੀਨ ਨੂੰ ਲੈ ਕੇ ਤੇ ਘਰ ਨੂੰ ਲੈ ਕੇ। ਜਦੋਂ ਇਹਨੇ ਝਗੜੇ ਵਿੱਚ ਪੈ ਗਿਆ ਵੀ ਕੇਸ ਮੇਰੇ ਹੱਕ ਵਿੱਚ ਨਹੀਂ ਹੁੰਦਾ, ਉਸ ਵੇਲੇ ਅੰਗਰੇਜ਼ਾਂ ਦਾ ਰਾਜ ਸੀਗਾ ਹਿੰਦੁਸਤਾਨ ਦੀ ਧਰਤੀ ਤੇ ਕਿਸੇ ਨੇ ਆਖਿਆ ਵੀ ਕੇਸ ਤੇਰੇ ਹੱਕ ਵਿੱਚ ਮੈਂ ਕਰਵਾ ਦਿਆਂਗਾ, ਪਰ ਤੈਨੂੰ ਸਿੱਖਾਂ ਦੇ ਖਿਲਾਫ ਕੁਝ ਲਿਖਣਾ ਪਵੇਗਾ। ਇਸ ਨੇ ਕਿਹਾ ਸੀ ਵੀ ਜ਼ਮੀਨ ਜਾਇਦਾਦ ਮੇਰੇ ਨਾਲ ਲੱਗਣੀ ਚਾਹੀਦੀ ਹੈ, ਲਿਖਣ ਨੂੰ ਤਾਂ ਜੋ ਤੁਸੀਂ ਕਹਿ ਦਿਓਗੇ ਮੈਂ ਲਿਖ ਦਿਆਂਗਾ। ਉਸ ਵੇਲੇ ਇਹਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਸੀਗਾ ਸੋਭਾ ਸਿੰਘ ਨੇ। ਉਹਦੇ ਵਿੱਚ ਰਾਗਮਾਲਾ ਬਾਣੀ ਨਹੀਂ ਸੀ ਲਿਖੀ, ਤੇ ਉਹ ਮਹਾਰਾਜ ਦਾ ਸਰੂਪ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਚਲਾ ਗਿਆ ਸੀ ਵੀ ਆਹ ਵੇਖੋ ਮੈਂ ਬਾਣੀ ਲਿਖ ਕੇ ਲਿਆਇਆ। ਜਦੋਂ ਸਿੰਘਾਂ ਨੇ ਬਾਣੀ ਪੜ੍ਹੀ, ਉਹਨਾਂ ਨੇ ਆਖਿਆ ਵੀ ਰਾਗਮਾਲਾ ਨਹੀਂ ਲਿਖੀ। ਕਹਿਣ ਲੱਗਾ ਰਾਗਮਾਲਾ ਤੇ ਗੁਰੂ ਦੀ ਬਾਣੀ ਹੈ ਹੀ ਨਹੀਂ ਹੈ, ਮੈਂ ਤਾਂ ਨਹੀਂ ਲਿਖੀ ਹੈ। ਉਸ ਵੇਲੇ ਉਹਨਾਂ ਸਿੰਘਾਂ ਨੇ ਆਖਿਆ ਵੀ ਇਹਦਾ ਫੈਸਲਾ ਤੇ ਫਿਰ ਗੁਰੂ ਰਾਮਦਾਸ ਮਹਾਰਾਜ ਹੀ ਕਰਨਗੇ, ਅਸੀਂ 8 ਦਿਨ ਦਾ ਸਮਾਂ ਰੱਖਦੇ ਹਾਂ। ਤੇ ਉਹਨਾਂ ਸਿੰਘਾਂ ਨੇ ਫਿਰ ਅਰਦਾਸ ਕੀਤੀ ਸੀ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ। ਕਹਿਣ ਲੱਗੇ ਸੱਚੇ ਪਾਤਸ਼ਾਹ, ਇਹ ਤੁਹਾਡਾ ਹੁਕਮ ਜਿਵੇਂ ਹੋਵੇਗਾ ਪੰਥ ਨੇ ਉਵੇਂ ਮੰਨਣਾ ਹੈ। ਜਾਂ ਤੇ ਸਾਨੂੰ ਵੀ ਮਹਾਰਾਜ ਦੀ ਸਜ਼ਾ ਮਿਲੇ ਜੋ ਅਸੀਂ ਪੜ੍ਹਦੇ ਹਾਂ, ਤੇ ਜਾਂ ਫਿਰ ਇਹਨੂੰ ਸਜ਼ਾ ਮਿਲੇ ਜਿਹਨੇ ਨਵਾਂ ਕੰਮ ਕੀਤਾ ਹੈ।
ਇਸ ਤਰ੍ਹਾਂ ਜਦੋਂ ਅਰਦਾਸ ਕੀਤੀ ਤੇ ਕਹਿਣ ਲੱਗੇ 8 ਦਿਨਾਂ ਦੇ ਵਿੱਚ ਵਿੱਚ ਉਹਦੀ ਜ਼ੁਬਾਨ ਵਿੱਚ ਕੀੜੇ ਪੈ ਗਏ ਸਨ। ਜਦੋਂ ਕੀੜੇ ਪਏ ਫਿਰ ਜਾ ਕੇ ਮਾਫੀ ਮੰਗੀ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ, ਨਹੀਂ ਮਹਾਰਾਜ ਮੈਂ ਤੇ ਜਾਇਦਾਦ ਦੇ ਭੁੱਖ ਵਿੱਚ ਆ ਕੇ ਇਹ ਕੰਮ ਕਰ ਬੈਠਾ, ਆਪ ਮੈਨੂੰ ਮਾਫ ਕਰ ਦਿਓ। ਮਾਫੀ ਮੰਗ ਕੇ ਉਸ ਵੇਲੇ ਅਰਦਾਸ ਕਰਾਈ। ਫਿਰ ਸਿੰਘਾਂ ਨੇ ਆਖਿਆ ਵੀ ਇਸ ਤਰ੍ਹਾਂ ਨਹੀਂ ਹੈ, ਤੂੰ ਸਾਨੂੰ ਲਿਖ ਕੇ ਵੀ ਦੇ ਵੀ ਮੈਂ ਇਹ ਗਲਤੀ ਕੀਤੀ ਹੈ ਤੇ ਮੈਨੂੰ ਮਾਫ ਕੀਤਾ ਜਾ। ਫਿਰ ਉਹ ਸੋਭਾ ਸਿੰਘ ਨੇ ਲਿਖਤੀ ਵੀ ਮਾਫੀ ਮੰਗੀ, ਲਿਖ ਕੇ ਮਾਫੀ ਮੰਗੀ। ਸ੍ਰੀ ਅਕਾਲ ਤਖਤ ਸਾਹਿਬ ਭੇਜੀ ਗਈ ਵੀ ਮੈਨੂੰ ਮਾਫ ਕਰ ਦਿਓ, ਮੈਂ ਇਸ ਤਰ੍ਹਾਂ ਲਾਲਚ ਵਿੱਚ ਇਹ ਕੰਮ ਕਰ ਬੈਠਾ। ਉਹ ਲਿਖਤ ਜਿਹੜੀ ਹੈ ਕੁਝ ਸਮਾਂ ਸ੍ਰੀ ਤਖਤ ਸਾਹਿਬ ਦੇ ਉੱਪਰ ਰਹੀ ਨਿਸ਼ਾਨੀ ਦੇ ਤੌਰ ਤੇ, ਪਰ ਜਦੋਂ ਸ਼੍ਰੋਮਣੀ ਕਮੇਟੀ ਬਣੀ ਨਾ 1925-30 ਦੇ ਵਿੱਚ ਕਿਤੇ, ਉਦੋਂ ਉਹ ਲਿਖਤ ਜਿਹੜੀ ਸੀ ਉੱਥੋਂ ਗਾਇਬ ਕਰ ਦਿੱਤੀ, ਆਸੇ-ਪਾਸੇ ਕਰ ਦਿੱਤੀ। ਅੱਜ ਉਹ ਲਿਖਤ ਮਿਲਦੀ ਨਹੀਂ ਹੈ, ਪਰ ਉਹਨਾਂ ਸਮਿਆਂ ਵਿੱਚ ਇਹ ਨਿਸ਼ਾਨੀ ਸੀ ਵੀ ਜਿਸ ਬੰਦੇ ਨੇ ਇਹ ਕੰਮ ਕੀਤਾ ਉਹਨੂੰ ਨਾਲ ਦੀ ਨਾਲ ਹੀ ਸਜ਼ਾ ਵੀ ਮਿਲੀ ਹੈ। ਕੁਝ ਲੋਕ ਐਸੀਆਂ ਦਲੀਲਾਂ ਦਿੰਦੇ ਨੇ ਵੀ ਇਸ ਬਾਣੀ ਦੀਆਂ 15 ਪੌੜੀਆਂ ਇੰਨੀਆਂ ਪੌੜੀਆਂ, ਪਰ ਆਪਾਂ ਤੇ ਉਹੀ ਬਚਨ ਮੰਨਾਂਗੇ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਨੇ ਲਿਖਿਆ। ਇਹਦੇ ਵਿੱਚ 3 ਪੌੜੀਆਂ ਹੀ ਲਿਖੀਆਂ ਮਹਾਰਾਜ ਦੀਆਂ ਨੇ, ਉਹਨਾਂ ਦੀ ਵਿਚਾਰ ਆਪਾਂ ਸਰਵਨ ਕਰ ਲਈ ਹੈ। ਕੱਲ ਨੂੰ ਭਗਤਾਂ ਦੀ ਬਾਣੀ ਕਬੀਰ ਸਾਹਿਬ ਦੇ ਸ਼ਬਦ ਆਪਾਂ ਸ਼ੁਰੂ ਕਰਾਂਗੇ। ਭੁੱਲਾਂ ਦੀ ਮੁਆਫੀ ਦਿਓ ਸੱਜਣ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮਿਲੋ। ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨ ਲਾਵੈ, ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ